ਸਤਨਾਮ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤਿ ਹੀ। ਤੂੰ ਠਾਕੁਰੋ ਬੈਰਾਗਰੋ, ਮੈਂ ਜਿਹੀ ਕਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ, ਹਉ ਸਾਰ ਨ ਜਾਣਾ ਤੇਰੀ ਰਾਮ। ਸਾਰ ਨ ਜਾਣਾ ਤੂੰ ਵੱਡ ਦਾਣਾ, ਕਰ ਮਿਹਰ ਅੰਮ੍ਰਿਤ ਸਾਈ। ਕਿਰਪਾ ਕੀਜੈ ਸਾ ਮਤ ਦੀਜੈ, ਆਠ ਪਹਿਰ ਤੁਧ ਧਿਆਈ। ਗਰਭ ਨਾ ਕੀਜੈ ਰੇਣ ਹੋਵੀਜੈ, ਤਾਗਤ ਜੀਅਰੇ ਤੇਰੀ। ਸਭ ਉਪਰ ਨਾਨਕ ਕਾ ਠਾਕੁਰ, ਮੈਂ ਜਿਹੀ ਕਣ ਚੇਰੀ ਰਾਮ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ। ਆਦਿ ਪੁਰਖ ਕਰਤਾਰ, ਕਰਨ ਕਾਰਨ ਸਭ ਆਪੇ। ਸਰਬ ਰਹਿਓ ਭਰਪੂਰ, ਸਗਲ ਘਟ ਰਹਿਓ ਵਿਆਪੇ। ਆਦਿ ਪੁਰਖ ਕਰਤਾਰ, ਕਰਨ ਕਾਰਨ ਸਭ ਆਪੇ। ਸਰਬ ਰਹਿਓ ਭਰਪੂਰ, ਸਗਲ ਘਟ ਰਹਿਓ ਵਿਆਪੇ। ਵਿਆਪਤ ਦੇਖੀਐ ਜਗਤ, ਜਾਣੈ ਕੌਣ ਤੇਰੀ ਗਤ। ਸਰਬ ਕੀ ਰੱਖਿਆ ਕਰੈ ਆਪੇ ਹਰਿ ਪਦ। ਅਬਿਨਾਸੀ ਅਬਿਗਤ, ਆਪੇ ਆਪ ਉਤਪਤ। ਏਕੈ ਤੂੰ ਹੀ ਏਕੈ, ਅਨ ਨਾਹੀ ਤੁਮ ਭਤ। ਹਰਿ ਅੰਤ ਨਾਹੀ ਪਾਰਾਵਾਰ, ਕੌਣ ਹੈ ਕਰੈ ਵਿਚਾਰ। ਜਗਤ ਪਿਤਾ ਹੈ, ਸਰਬ ਪ੍ਰਾਨ ਕੋ ਆਧਾਰ। ਜਨ ਨਾਨਕ ਭਗਤ ਦਰ, ਤੁਲ ਬ੍ਰਹਮ ਸਮਸਰ। ਏਕ ਜੀਹ ਕਿਆ ਬਖਾਨੈ, ਹਾਂ ਕੇ ਬਲ 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 ਸਦ ਬਲਿਹਾਰ। ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਜ਼ਰ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਰਹਿਮਤ ਨੂੰ ਮਾਣਦਿਆਂ ਹੋਇਆਂ ਸਤਿਗੁਰੂ ਕੇ ਮੁਬਾਰਕ ਚਰਨਾਂ ਦੀ ਪ੍ਰੀਤ ਆਪਣੇ ਹਿਰਦੇ ਅੰਦਰ ਪ੍ਰਪੱਕ ਕਰਦਿਆਂ ਗੁਰੂ ਸ਼ਬਦ ਦੇ ਆਧਾਰ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਸ਼੍ਰੇਸ਼ਟ ਨਿਰਮਲ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਕਿਰਪਾ ਸਦਕਾ ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਦੇ ਨਾਲ ਜੁੜ ਕੇ ਅਧਿਆਤਮਿਕ ਲਾਭ ਪ੍ਰਾਪਤ ਕਰਦੇ ਹੋ। ਪਾਵਨ ਬਾਣੀ ਦੀ ਲੜੀਵਾਰ ਕਥਾ ਦੇ ਅੰਤਰਗਤ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਦੀ ਬਾਣੀ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ। ਜਿਸ ਪਾਵਨ ਬਾਣੀ ਦੀ ਬਖਸ਼ਿਸ਼ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਲੜੀਵਾਰ ਬਾਣੀ ਦੇ ਅੰਤਰਗਤ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਸਲੋਕਾਂ ਤੋਂ ਬਾਅਦ ਬਖਸ਼ਿਸ਼ ਕੀਤੀ ਹੈ, ਇਸ ਬਾਣੀ ਦਾ ਨਾਮ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ। ਭਾਵ ਕਿ ਗੁਰੂ ਨਾਨਕ ਸਰੂਪ ਦੀ ਅਕਾਲ ਪੁਰਖ ਸਰੂਪ ਚਿਤਵ ਕੇ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਹਿਮਾ ਬਿਆਨ ਕੀਤੀ ਹੈ ਔਰ ਸਵਈਆਂ ਦੇ ਰੂਪ ਵਿੱਚ ਉਸ ਮਹਿਮਾ ਦਾ ਕਥਨ ਕੀਤਾ ਹੈ, ਉਸ ਨੂੰ ਸਵਈਏ ਬਾਣੀ ਦਾ ਨਾਮ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਨਾਮਾਂਕਿਤ ਕੀਤਾ। ਇਸ ਬਾਣੀ ਦਾ ਰਚਨ ਦਾ ਪੂਰਵਲਾ ਭਾਗ ਆਪ ਦੇ ਸਨਮੁਖ ਵਿਚਾਰ ਰੂਪ ਦੇ ਵਿੱਚ ਰੱਖਣ ਦਾ ਯਤਨ ਕਰਾਂ। ਜਦ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਭੱਟ ਜਨ ਚੱਲ ਕੇ ਆਏ ਅਤੇ ਭੱਟ ਸਾਹਿਬਾਨਾਂ ਨੇ ਆਪਣੇ ਆਉਣ ਦਾ ਪ੍ਰਯੋਜਨ ਬਾਣੀ ਭੱਟ ਬਾਣੀ ਦੇ ਵਿੱਚ ਲਿਖਿਆ ਹੋਇਆ ਹੈ। ਰਹਿਓ ਸੰਤ ਹੋਂ ਢੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪੱਸੀਏ ਮੁਖੋਂ ਏ ਪੰਡਤ ਮਿੱਟੇ ਬਰਸ ਏਕ ਹੋਂ ਫਿਰਿਓ ਕਿਨੈ ਨਹੁ ਪਰਚਉ ਲਾਇਓ। ਕਿ ਇੱਕ ਸਾਲ ਉਹ ਭੱਟ ਜਿਹੜੇ ਸਨ ਵੱਖੋ ਵੱਖ ਥਾਵਾਂ 'ਤੇ ਤੀਰਥਾਂ 'ਤੇ ਧਾਰਮਿਕ ਸਥਾਨਾਂ 'ਤੇ ਭਰਮਦੇ ਰਹੇ, ਪਰ ਕਿਸੇ ਵੀ ਪੂਰਨ ਪੁਰਖ ਨੂੰ ਮਿਲ ਕੇ ਉਹਨਾਂ ਦੇ ਮਨ ਦੀ ਨਿਸ਼ਾ ਨਾ ਹੋਈ, ਉਹਨਾਂ ਦੇ ਮਨ ਨੂੰ ਗਿਆਨ ਦਾ ਪ੍ਰਕਾਸ਼ ਕਰਕੇ ਠਹਿਰਾਓ ਨਾ ਮਿਲਿਆ। ਜਦ ਉਹ ਚਲਦੇ ਚਲਦੇ ਗੁਰੂ ਨਾਨਕ ਦੇ ਦਰ ਘਰ ਦੇ ਸੰਬੰਧਿਤ ਗੁਰੂ ਅਮਰਦਾਸ ਸਾਹਿਬ ਜੀ ਪਾਸ ਪਹੁੰਚੇ ਤਾਂ ਫਿਰ ਉਹਨਾਂ ਦੀ ਕਲਿਆਣ ਰੂਪ ਚਿਤਵਣ ਦੇ ਲਈ ਜਦੋਂ ਪਤਾ ਲੱਗਾ ਕਿ ਹੁਣ ਬਾਣੀ ਦਾ ਜਹਾਜ਼ ਗੁਰੂ ਅਰਜਨ ਦੇਵ ਸਾਹਿਬ ਜੀ ਰਚਨਾ ਕਰ ਰਹੇ ਹਨ ਅਤੇ ਤੁਹਾਡੀ ਕਲਿਆਣ ਤਾਂ ਹੋਣੀ ਹੈ ਕਿ ਉਹਨਾਂ ਪਾਸ ਜਾ ਕੇ ਪਹਿਲਾਂ ਤਾਂ ਪੂਰਨ ਗੁਰੂ ਦੀ ਸ਼ਰਨ ਪ੍ਰਾਪਤ ਕਰੋ, ਫਿਰ ਉਸ ਤੋਂ ਬਾਅਦ ਜੋ ਉਹਨਾਂ ਦਾ ਉਪਦੇਸ਼ ਹੋਵੇ ਉਸ ਨੂੰ ਜਦੋਂ ਕਮਾਓਗੇ ਤਾਂ ਤੁਹਾਡੀ ਕਲਿਆਣ ਹੋਏਗੀ। ਜਦੋਂ ਭੱਟ ਸਾਹਿਬਾਨ ਗੁਰੂ ਸਾਹਿਬ ਜੀ ਦੀ ਸ਼ਰਨ ਆਏ ਗੁਰੂ ਅਰਜਨ ਦੇਵ ਸਾਹਿਬ ਜੀ ਦੀ, ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਆਉਣ ਦਾ ਪ੍ਰਯੋਜਨ ਪੁੱਛ ਕੇ ਉਹਨਾਂ ਦਾ ਅਦਬ ਕੀਤਾ। ਤਦ ਫਿਰ ਭੱਟ ਸਾਹਿਬਾਨਾਂ ਨੇ ਕਿਹਾ ਕਿ ਅਸੀਂ ਆਪਣਾ ਮਨੁੱਖਾ ਜੀਵਨ ਸਫਲ ਕਰਨ ਦੇ ਲਈ ਤੁਹਾਡੀ ਸ਼ਰਨ ਆਏ ਹਾਂ, ਸਾਨੂੰ ਕੋਈ ਐਸਾ ਢੰਗ ਬਖਸ਼ਿਸ਼ ਕਰੋ, ਐਸਾ ਮਾਰਗ ਬਖਸ਼ਿਸ਼ ਕਰੋ ਜਿਹਦੇ ਨਾਲ ਸਾਡੇ ਜੀਵਨ ਦੀ ਕਲਿਆਣ ਹੋ ਜਾਵੇ। ਤਦ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਿ ਤੁਸੀਂ ਪਰਮੇਸ਼ਰ ਦੀ ਉਸਤੁਤੀ ਗਾਇਨ ਕਰੋ। ਗੁਰੂ ਨਾਨਕ ਇਸ ਜਗਤ ਦੇ ਅਕਾਲ ਸਰੂਪ ਪ੍ਰਤਪਾਲਕ ਹਨ, ਕਲਯੁਗ ਦਾ ਉਧਾਰ ਕਰਤਾ ਗੁਰੂ ਨਾਨਕ ਦੇਵ ਜੀ ਹਨ ਅਤੇ ਗੁਰੂ ਨਾਨਕ ਹੀ ਅਕਾਲ ਪੁਰਖ ਬ੍ਰਹਮ ਸਰੂਪ ਹੈ। ਉਹਨਾਂ ਨੂੰ ਕੇਂਦਰ ਬਣਾ ਕੇ ਤੁਸੀਂ ਸਿਫਤ ਸਲਾਹ ਦਾ ਉਚਾਰਨ ਕਰੋ
ਤੇ ਗੁਰੂ ਸਰੂਪ ਦੇ ਜੋ ਅਗੰਮੀ ਦਰਸ਼ਨ ਹਨ, ਜਿਹੜੇ ਆਮ ਸੁਰਤ ਨਹੀਂ ਤੱਕ ਸਕਦੀ, ਜਿਸ ਨੂੰ ਆਮ ਅੱਖ ਨਹੀਂ ਦੇਖ ਸਕਦੀ, ਜਾਂ ਕਾਲ ਗੁਰੂ ਦੇ ਅਗਾਧ ਬੋਧ ਸਰੂਪ ਦੇ ਕਿਹੜੇ ਕਿਹੜੇ ਪੱਧਰ ਹਨ, ਉਹਨੂੰ ਆਪਣੀ ਰਚਨਾ ਦੇ ਵਿੱਚ ਬਿਆਨ ਕਰੋ ਤੇ ਸਿਫਤ ਸਲਾਹ ਦੇ ਨਾਲ ਤੁਹਾਡਾ ਕਲਿਆਣ ਹੋਵੇਗਾ। ਤਦ ਉਹਨਾਂ ਭੱਟ ਸਾਹਿਬਾਨਾਂ ਨੇ ਆਖਿਆ, ਗੁਰੂ ਸਾਹਿਬ ਜੀ, ਅਸੀਂ ਇਸ ਵਿਧੀ ਬਾਰੇ ਜਾਣਦੇ ਨਹੀਂ ਹਾਂ, ਅਸੀਂ ਤਾਂ ਵੇਦਾਂ ਦੀ ਰੀਤ ਬਾਰੇ ਜਾਣਦੇ ਹਾਂ। ਕਿਰਪਾ ਕਰਕੇ ਪਹਿਲਾਂ ਆਪ ਜੀ ਸਾਡੀ ਰਹਿਨੁਮਾਈ ਕਰੋ, ਪਹਿਲਾਂ ਆਪ ਸਵਈਆਂ ਦੀ ਰਚਨਾ ਕਰਕੇ ਸਾਨੂੰ ਦੱਸੋ, ਫਿਰ ਸਾਨੂੰ ਉਹਦੇ ਤੋਂ ਸੂਝ ਪ੍ਰਾਪਤ ਹੋਵੇਗੀ। ਫਿਰ ਅਸੀਂ ਗੁਰੂ ਸਾਹਿਬਾਨਾਂ ਦੀ, ਭਾਵ ਕਿ ਗੁਰੂ ਨਾਨਕ ਅਕਾਲ ਪੁਰਖ ਸਰੂਪ ਦੀ ਉਸਤਤੀ ਕਰਕੇ, ਉਹਨਾਂ ਦੀ ਸਿਫਤ ਕਰਕੇ ਆਪਣੇ ਜੀਵਨ ਦਾ ਕਲਿਆਣ ਕਰਾਂਗੇ। ਤਦ ਗੁਰੂ ਅਰਜਨ ਦੇਵ ਸਾਹਿਬ ਜੀ ਉਹਨਾਂ ਸਾਰੇ ਭੱਟ ਸਾਹਿਬਾਨਾਂ ਨੂੰ ਗਿਆਨਾਤਮਕ ਅਗਵਾਈ ਦੇਣ ਦੇ ਲਈ, ਸਿਫਤ ਸਲਾਹ ਦਾ ਢੰਗ ਦੱਸਣ ਦੇ ਲਈ ਗੁਰੂ ਨਾਨਕ ਅਕਾਲ ਪੁਰਖ ਸਰੂਪ ਨੂੰ ਧਿਆਨ ਵਿੱਚ ਸਿਮਰ ਕੇ ਉਹਨਾਂ ਦੀ ਉਸਤਤ ਉਚਾਰਨ ਕਰਦੇ ਹਨ ਅਤੇ ਉਸ ਨੂੰ ਬਾਣੀ ਦੇ ਅੰਤਰਗਤ ਸਵਈਏ ਸ੍ਰੀ ਮੁਖ ਵਾਕ ਮਹੱਲਾ ਪੰਜਵਾਂ। ਹੁਣ ਇਹ ਪਰੰਪਰਾ ਬਣਦੀ ਕਿਵੇਂ, ਇਹਦਾ ਵੀ ਜ਼ਿਕਰ ਆਪ ਦੇ ਸਨਮੁਖ ਰੱਖਦਿਆਂ, ਜਦ ਆਪ ਜੀ ਗੁਰੂ ਨਾਨਕ ਸਰੂਪ ਦੀ ਪਾਵਨ ਰਚਨਾ ਜਿਹੜੀ ਜਪਜੀ ਸਾਹਿਬ ਪੜ੍ਹਦੇ ਹੋ, ਉਸ ਦੇ ਆਰੰਭ ਦੇ ਵਿੱਚ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਦਾ ਸਰੂਪ ਬਿਆਨ ਕੀਤਾ ਹੈ, ਏਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ। ਜਦ ਅਸੀਂ ਗੁਰੂ ਦਸਮ ਪਾਤਸ਼ਾਹ ਦੀ ਬਾਣੀ ਜਾਪ ਸਾਹਿਬ ਪੜ੍ਹਦੇ ਹਾਂ, ਉਦੋਂ ਵੀ ਅਕਾਲ ਪੁਰਖ ਸਰੂਪ ਦਾ ਬਿਆਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕੀਤਾ ਹੈ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਿਹਨ ਜਿਹ, ਭਾਵ ਕਿ ਇਹ ਦੋ ਗੁਰੂ ਸਾਹਿਬਾਨ ਅਕਾਲ ਪੁਰਖ ਦੇ ਸਰੂਪ ਦਾ ਤਸੱਵਰ ਧਿਆਨ ਦੇ ਵਿੱਚ ਲਿਆ ਕੇ ਉਹਦਾ ਜ਼ਿਕਰ ਕਰਦੇ ਹਨ। ਅਤੇ ਫਿਰ ਪੰਚਮ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਸਾਹਿਬ, ਉਹਨਾਂ ਨੇ ਜਗਤ ਨੂੰ ਵੀ ਉਸੇ ਤਰ੍ਹਾਂ ਦਾ ਗਿਆਨ ਦਾ ਮਾਰਗ ਦਿਖਾਉਣਾ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੇਵਲ ਮੂਲ ਮੰਤਰ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਛਪੈ ਛੰਦ ਦੇ ਰੂਪ ਵਿੱਚ ਅਕਾਲ ਪੁਰਖ ਦਾ ਜ਼ਿਕਰ ਕੀਤਾ। ਪਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਨਾਨਕ ਸਰੂਪ ਨੂੰ ਅਕਾਲ ਪੁਰਖ ਰੂਪ ਮੰਨ ਕੇ ਉਹਨਾਂ ਦੀ ਉਸਤਤ ਨੂੰ ਇਸ ਸਵਈਏ ਬਾਣੀ ਦੇ ਅੰਤਰਗਤ 9 ਸਵਈਆਂ ਦੇ ਵਿੱਚ ਉਚਾਰਨ ਕੀਤਾ ਹੈ। ਆਰੰਭ ਦੇ ਵਿੱਚ ਸਤਿਗੁਰੂ ਸਾਹਿਬ ਜੀ ਮੰਗਲਾਚਰਨ ਦੀ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ, ਇੱਕ ਓੰਕਾਰ ਦਾ ਭਾਵ ਇੱਕ ਅਕਾਲ ਪੁਰਖ ਸਰੂਪ, ਜੋ ਓੰਕਾਰ ਕਰਕੇ ਸਗਲ ਬ੍ਰਹਿਮੰਡ ਦੇ ਅੰਦਰ ਸਤ ਸਰੂਪ ਕਰਕੇ ਰਮਿਆ ਹੋਇਆ ਹੈ। ਸਤ ਸਰੂਪ ਦਾ ਭਾਵ ਆਕਾਰਾਂ ਤੋਂ ਪਰੇ, ਰੂਪ ਰੰਗ ਤੋਂ ਪਰੇ, ਜਾਤ ਕੁਲ ਵਰਣ ਤੋਂ ਪਰੇ, ਜੋ ਵੀ ਨਿਰੋਲ ਅਕਾਲ ਪੁਰਖ ਦੀ ਹਸਤੀ ਸਤ ਸਦੀਵ ਸਰੂਪ ਹੈ ਅਤੇ ਨਾਮ ਦੁਆਰਾ ਉਸ ਦਾ ਬੋਧ ਹੁੰਦਾ ਹੈ। ਕਰਤਾ ਪੁਰਖ, ਉਹ ਸਿਰਜਣਹਾਰ ਅਕਾਲ ਪੁਰਖ ਸਾਰੀ ਸ੍ਰਿਸ਼ਟ ਦਾ ਕਰਤਾ ਹੈ। ਕਿਉਂਕਿ ਜੇ ਜੀਵ ਆਪਣੇ ਕਰਤੇ ਨੂੰ ਨਹੀਂ ਜਾਣੇਗਾ ਤੇ ਫਿਰ ਕਰਤੇ ਦੀ ਕਿਰਪਾ ਨੂੰ ਕਿਵੇਂ ਜਾਣ ਸਕੇਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਸਗਲ ਸ੍ਰਿਸ਼ਟ ਦਾ, ਸਾਰੇ ਬ੍ਰਹਿਮੰਡ ਦਾ, ਸਾਰੀ ਬਨਸਪਤੀ ਦਾ, ਸਾਰੀ ਮਨੁੱਖ ਜਾਤੀ ਦਾ ਕਰਤਾ ਇੱਕ ਹੈ। ਅਤੇ ਉਸ ਕਰਤੇ ਦੀ ਸਭ ਤੋਂ ਵੱਡੀ ਵਡਿਆਈ ਕੀ ਹੈ ਕਿ ਉਹ ਪੁਰਖ ਰੂਪ ਹੈ। ਪੁਰਖ ਦਾ ਭਾਵ ਹੈ ਕਿ ਆਪਣੀ ਰਚਨਾ ਰਾਚ ਕੇ ਉਹਦੇ ਤੋਂ ਬਾਹਰ ਕਿਤੇ ਵਿਦਮਾਨ ਨਹੀਂ, ਆਪਣੀ ਰਚਨਾ ਦੇ ਅੰਦਰ ਉਹ ਸਤ ਸਰੂਪ ਹੋ ਕੇ, ਪੁਰਖ ਰੂਪ ਹੋ ਕੇ ਆਪ ਹੀ ਸਮਾਇਆ ਹੋਇਆ ਹੈ। ਨਿਰਭਉ ਨਿਰਵੈਰ, ਅਤੇ ਅਕਾਲ ਪੁਰਖ ਦੀ ਸੱਤਾ ਦੇ ਦੋ ਵੱਡੇ ਗੁਣ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਹਨ ਮੂਲ ਮੰਤਰ ਦੇ ਅੰਤਰਗਤ। ਨਿਰਭਉ, ਕਿਉਂਕਿ ਡਰ ਉਦੋਂ ਬਣਦਾ ਹੈ ਜਦੋਂ ਕੋਈ ਚੀਜ਼ ਆਕਾਰ ਦੇ ਵਿੱਚ ਹੋਵੇ, ਕੋਈ ਸੀਮਾ ਦੇ ਵਿੱਚ ਹੋਵੇ, ਪਰ ਅਕਾਲ ਪੁਰਖ ਦੀ ਹਸਤੀ ਨਿਰਾਕਾਰ ਹੈ, ਕਿਸੇ ਸਮੇਂ ਸਥਾਨ ਦੀ ਕੈਦ ਵਿੱਚ ਨਹੀਂ। ਇਸ ਕਰਕੇ ਨਿਰਭਉ ਹੈ। ਵੈਰ ਉਦੋਂ ਬਣਦਾ ਜਦੋਂ ਕੋਈ ਹਸਤੀ ਆਪਣੇ ਤੋਂ ਵੱਡੀ ਹੋਵੇ ਅਤੇ ਦਬਾਉਕਾਰੀ ਹੋਵੇ, ਪਰ ਅਕਾਲ ਪੁਰਖ ਦੀ ਹਸਤੀ ਦੇ ਸਮਾਨ ਕੋਈ ਦੂਜਾ ਓਨਾ ਉੱਚਾ ਨਹੀਂ। ਇਸ ਕਰਕੇ ਗੁਰੂ ਸਾਹਿਬ ਜੀ ਆਖਦੇ ਹਨ, ਨਿਰਵੈਰ ਅਕਾਲ ਮੂਰਤ, ਕਿ ਜਿਤਨੀ ਕਾਲ ਦੇ ਵਿੱਚ ਹੁਣ ਤੱਕ ਘਾੜਤ ਹੋ ਚੁੱਕੀ ਹੈ, ਮਨੁੱਖ ਸਾਜੇ ਜਾ ਚੁੱਕੇ ਨੇ, ਖੰਡਾ ਬ੍ਰਹਿਮੰਡਾਂ ਦੀ ਰਚਨਾ ਹੋ ਗਈ ਹੈ। ਇਹ ਸਾਰੀ ਰਚਨਾ ਨਾਸ਼ਵਾਨ ਹੈ, ਖਤਮ ਹੋਣ ਵਾਲੀ ਹੈ, ਪਰ ਇਹਦਾ ਜਿਹੜਾ ਅਸਲ ਸਿਰਜਣਹਾਰ ਹੈ ਉਹ ਇਹਦੇ ਤੋਂ ਪਰਾਂ ਹੈ। ਉਸ ਨੂੰ ਗੁਰੂ ਸਾਹਿਬ ਜੀ ਨੇ ਅਕਾਲ ਕਿਹਾ ਹੈ, ਪਰ ਨਾਲ ਹੀ ਮੂਰਤ ਕਿਹਾ ਹੈ ਕਿ ਕਾਲ ਆਪਣੀ ਹਸਤੀ ਨੂੰ ਕਦੇ ਕਦੇ ਮੂਰਤੀਮਾਨ ਕਰਦਾ ਹੈ। ਵੱਖੋ ਵੱਖ ਰੂਪਾਂ ਦੇ ਵਿੱਚ ਤਾਂ ਗੁਰੂ ਸਾਹਿਬ ਜੀ ਕਹਿੰਦੇ ਅਗਲਾ ਗੁਣ ਭਾਵ ਹੈ ਅਜੂਨੀ,
ਇਹਦਾ ਭਾਵ ਨਹੀਂ ਕਿ ਜੇ ਕੋਈ ਰਚਨਾ ਉਹਦਾ ਜੋਤ ਸਰੂਪ ਧਾਰਨ ਕਰਕੇ ਜਗਤ ਵਿੱਚ ਆ ਜਾਂਦੀ ਹੈ ਅਤੇ ਉਹ ਬਾਅਦ ਦੇ ਵਿੱਚ ਜੂਨਾਂ ਦੇ ਸਹਿਤ ਵਿੱਚ ਹੋ ਜਾਂਦੀ ਹੈ। ਉਹ ਜੂਨ ਤੋਂ ਰਹਿਤ ਹੈ, ਸਹਿ ਭੰਗ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਗੁਰ ਪ੍ਰਸਾਦ ਭਾਵ ਗੁਰੂ ਕਿਰਪਾ ਦੁਆਰਾ ਇਹ ਗਿਆਨ ਦਾ ਭੇਦ ਪ੍ਰਾਪਤ ਹੋ ਜਾਵੇ ਤਾਂ ਅਕਾਲ ਪੁਰਖ ਸਰੂਪ ਦਾ ਤਸੱਵਰ ਫਿਰ ਸਾਡੇ ਸਾਰਿਆਂ ਦੇ ਚਿੱਤ ਅੰਦਰ ਬਣਦਾ ਹੈ। ਸਵਈਏ ਸ੍ਰੀ ਮੁਖ ਵਾਕ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮੁਖਾਰਬਿੰਦ ਤੋਂ ਇਹਨਾਂ ਸਵਈਆਂ ਦਾ ਉਚਾਰਨ ਹੋਇਆ ਅਤੇ ਗੁਰੂ ਸਾਹਿਬ ਜੀ ਨੇ ਮੁਖ ਬਾਕ ਸ਼ਬਦ ਵਰਤਿਆ ਹੈ, ਭਾਵ ਕਿ ਇਹਨਾਂ ਦੇ ਸੰਬੰਧ ਦੇ ਵਿੱਚ ਕਿਸੇ ਤਰ੍ਹਾਂ ਦਾ ਸੰਦੇਹ ਨਾ ਰਹਿ ਜਾਵੇ। ਇਹ ਗੁਰੂ ਸਾਹਿਬ ਜੀ ਦੀ ਮੁਖ ਵਾਕ ਬਾਣੀ ਹੈ। ਆਦ ਪੁਰਖ ਕਰਤਾਰ ਕਾਰਨ ਕਾਰਨ ਸਭ ਆਪੇ। ਹੁਣ ਇਸ ਤੋਂ ਪਹਿਲਾਂ ਇੱਕ ਨੁਕਤਾ ਅਰਜ਼ ਕਰਦਿਆਂ, ਸਾਡੀ ਦ੍ਰਿਸ਼ਟੀ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਕਈ ਵਾਰੀ ਜਿਵੇਂ ਆਮ ਲੋਕਾਈ ਦੀ ਬਾਤ ਸੁਣੀ ਦੀ ਹੈ, ਉਹ ਵੱਧ ਤੋਂ ਵੱਧ ਉਹਨਾਂ ਨੂੰ ਬ੍ਰਹਮ ਗਿਆਨੀ ਸਰੂਪ ਜਾਣ ਕੇ, ਗੁਰੂ ਸਰੂਪ ਜਾਣ ਕੇ ਮੰਨਦੇ ਹਨ। ਕੁਝ ਉਹਨਾਂ ਨੂੰ ਕਲਯੁਗ ਦਾ ਅਵਤਾਰ ਆਖ ਦਿੰਦੇ ਹਨ, ਕੁਝ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਵੱਖੋ ਵੱਖਰੇ ਵਿਸ਼ੇਸ਼ਣਾਂ ਦੇ ਨਾਲ ਯਾਦ ਕਰਦੇ ਹਨ। ਕੋਈ ਸਮਾਜ ਸੁਧਾਰਕ ਆਖਦਾ ਹੈ, ਕੋਈ ਕੁਝ ਆਖਦਾ ਹੈ। ਪਰ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਉਸਤਤ, ਉਹਨਾਂ ਦਾ ਸਰੂਪ ਬਿਆਨ ਕੀਤਾ ਹੈ, ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਅਕਾਲ ਪੁਰਖ ਸਰੂਪ ਜਾਣਿਆ ਹੈ। ਕਿਸ ਕਰਕੇ ਬਾਣੀ ਵਿੱਚ ਵਾਕ ਆਉਂਦੇ ਹਨ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਕਿ ਗੁਰੂ ਨਾਨਕ ਨੂੰ ਕੇਵਲ ਇੰਨਾ ਨਾ ਸਮਝ ਲੈਣਾ ਕਿ ਉਹ ਜਿਵੇਂ ਸਮੇਂ ਦੀ ਸੀਮਾ ਦੇ ਵਿੱਚ, ਜੇ ਹੁਣ ਅਸੀਂ ਕੇਵਲ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਇਕੱਲਾ ਅਧਿਆਤਮਿਕ ਪੁਰਖ ਸਮਝੀਏ ਤਾਂ ਅਸੀਂ ਸਮੇਂ ਦੀ ਸੀਮਾ ਵਿੱਚ ਕੈਦ ਕਰਾਂਗੇ। ਅਸੀਂ ਕਹਾਂਗੇ 1469 ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ, 1539 ਦੇ ਵਿੱਚ ਉਹ ਜੋਤੀ ਜੋਤ ਸਮਾ ਗਏ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਹਨ। ਗੁਰੂ ਅਰਜਨ ਦੇਵ ਸਾਹਿਬ ਜੀ ਜਦੋਂ ਰਮਜ ਸਮਝਾਂਗੇ ਤਾਂ ਫਿਰ ਸਾਨੂੰ ਬੋਧ ਹੋਵੇਗਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਹਸਤੀ ਕਿੱਡੀ ਵੱਡੀ ਹੈ। ਉਸਤਤ ਜ਼ਿਕਰ ਕਰਦਿਆਂ ਆਰੰਭ ਵਿੱਚ ਫਰਮਾਉਂਦੇ ਹਨ, ਆਦ ਪੁਰਖ ਕਰਤਾਰ ਕਾਰਨ ਕਾਰਨ ਸਭ ਆਪੇ। ਆਦ ਦਾ ਭਾਵ ਹੁੰਦਾ ਜਦੋਂ ਕੋਈ ਰਚਨਾ ਨਹੀਂ ਸੀ ਆਰੰਭ ਹੋਈ, ਜਦੋਂ ਇਸ ਸ੍ਰਿਸ਼ਟੀ ਦਾ ਕੋਈ ਆਕਾਰ ਨਹੀਂ ਸੀ ਸਾਜਿਆ ਗਿਆ, ਕਿਸੇ ਤਰ੍ਹਾਂ ਦੀ ਕੋਈ ਵੀ ਰਚਨਾ, ਨਾ ਮਨੁੱਖਾਂ ਦੀ, ਨਾ ਪਸ਼ੂਆਂ ਦੀ, ਨਾ ਕਿਸੇ ਹੋਰ ਤਰ੍ਹਾਂ ਦੀ ਰਚਨਾ ਹੋਂਦ ਦੇ ਵਿੱਚ ਆਈ ਸੀ, ਜਦੋਂ ਸਮਾਂ ਹੀ ਆਰੰਭ ਨਹੀਂ ਸੀ ਹੋਇਆ, ਉਸ ਨੂੰ ਆਦ ਕਿਹਾ ਜਾਂਦਾ ਹੈ। ਤਾਂ ਆਦ ਦੇ ਸਮੇਂ ਵਿੱਚ ਗੁਰਬਾਣੀ ਦੇ ਵਿੱਚ ਜ਼ਿਕਰ ਮਿਲਦਾ ਹੈ, ਅਰਬਦ ਨਰਬਦ ਧੁੰਦੂ ਕਾਰਾ ਧਰਨ ਨ ਗਗਨਾ ਹੁਕਮ ਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਏ ਦਾ। ਕਹਿੰਦੇ ਅਕਾਲ ਪੁਰਖ ਦਾ ਸੱਤਾ ਸਰੂਪ ਜਦੋਂ ਆਪਣੇ ਸੁੰਨ ਸਰੂਪ ਦੇ ਵਿੱਚ ਵਿਰਾਜਮਾਨ ਸੀ। ਇਸ ਨੂੰ ਸਰਲ ਭਾਵ 'ਚ ਇਉਂ ਆਖਿਆ ਜਾ ਸਕਦਾ ਹੈ ਕਿ ਜਿਵੇਂ ਕੋਈ ਬੀਜ ਆਦਿਕ ਦੀ ਰਚਨਾ ਹੁੰਦੀ ਹੈ, ਅਜੇ ਉਹ ਬੀਜ ਬੋਇਆ ਨਹੀਂ ਗਿਆ, ਅਜੇ ਉਹ ਆਪਣੇ ਕੇਵਲ ਬੀਜ ਰੂਪ ਦੇ ਵਿੱਚ ਹੈ, ਮੂਲ ਰੂਪ ਦੇ ਵਿੱਚ ਹੈ, ਤਾਂ ਉਦੋਂ ਕੋਈ ਸਮੇਂ ਦੀ ਇਕਾਈ ਨਹੀਂ ਆਰੰਭ ਹੁੰਦੀ। ਹੁਣ ਜਦੋਂ ਤੱਕ ਬੀਜ ਹੈ ਉਦੋਂ ਤੱਕ ਉਹ ਸਮੇਂ ਦੀ ਸੀਮਾ ਤੋਂ ਬਾਹਰ ਹੈ। ਜਦੋਂ ਬੋਇਆ ਗਿਆ ਉਦੋਂ ਉਤਪਤੀ ਵਿੱਚ ਵੀ ਆਏਗਾ, ਨਾਸ਼ਨਾ ਵਿੱਚ ਵੀ ਆਏਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਆਦ ਪੁਰਖ। ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਬਾਰੇ ਆਖਦੇ ਹਨ, ਆਦ ਜਦੋਂ ਸਮੇਂ ਦਾ ਆਰੰਭ ਨਹੀਂ ਸੀ ਹੋਇਆ। ਹੁਣ ਸਮਾਂ ਤਾਂ ਅਸੀਂ ਆਪਣੀ ਇਕਾਈ ਅਨੁਸਾਰ ਬਣਾਇਆ ਹੈ, ਅਕਾਲ ਪੁਰਖ ਸਰੂਪ ਵਿੱਚ ਸਮੇਂ ਦੀ ਇਕਾਈ ਨਹੀਂ ਬਣਦੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਆਦ ਪੁਰਖ ਜਦੋਂ ਇਹ ਸ੍ਰਿਸ਼ਟੀ ਦੀ ਰਚਨਾ ਆਰੰਭ ਹੋਣ ਲੱਗੀ ਸੀ ਅਤੇ ਜਿਸ ਕਰਤੇ ਨੇ ਧਰਤੀ 'ਤੇ ਪ੍ਰਗਟ ਹੋਣਾ ਸੀ, ਜਿਸ ਪੁਰਖ ਨੇ, ਉਹ ਆਦ ਪੁਰਖ ਸਭ ਤੋਂ ਪਹਿਲਾ ਜਿਹੜਾ ਨਕਸ਼ ਸੀ, ਜਿਹੜਾ ਅਕਾਲ ਪੁਰਖ ਸਰੂਪ ਬਣਿਆ। ਅਕਾਲ ਪੁਰਖ ਸਰੂਪ ਬਣਿਆ ਭਾਵ ਕਿ ਜਿਵੇਂ ਕੁਰਾਨ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਅੱਲਾਹ ਤਾਲਾ ਨੇ ਜਦੋਂ ਆਪਣਾ ਪਰਮ ਰੂਪ ਮਨੁੱਖ ਵਰਗਾ ਸਾਜਿਆ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਆਖਦੇ ਨੇ ਆਦ ਪੁਰਖ ਦਾ ਭਾਵ ਇਹ ਹੈ ਕਿ ਜਦੋਂ ਸ੍ਰਿਸ਼ਟੀ ਦੀ ਰਚਨਾ ਆਰੰਭ ਹੋਣੀ ਸੀ ਅਤੇ ਅਕਾਲ ਪੁਰਖ ਨੇ ਆਪਣਾ ਸਰੂਪ ਜਿਹੜਾ ਪਰਮ ਰੂਪ ਕਰਕੇ ਧਰਤੀ 'ਤੇ ਭੇਜਣਾ ਸੀ, ਨਵਾਜ਼ਿਸ਼ ਕਰਕੇ ਆਪਣੇ ਰੂਪ ਦਾ ਪ੍ਰਗਟਾਵਾ ਸਰਗੁਣ ਰੂਪ ਦੇ ਵਿੱਚ ਧਰਤੀ 'ਤੇ ਕਰਨਾ ਸੀ, ਕਹਿੰਦੇ ਉਹ ਗੁਰੂ ਨਾਨਕ ਸਰੂਪ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਆਖਦੇ ਨੇ ਆਦ ਪੁਰਖ, ਭਾਵ ਕਿ ਗੁਰੂ ਨਾਨਕ ਦੀ ਜੋਤ ਸ੍ਰਿਸ਼ਟੀ ਦੇ ਆਰੰਭ ਤੋਂ ਲੈ ਕੇ
ਹੁਣ तक इसे जगत विच विद्यमान है। इस करके गुरु अर्जन देव साहब जी का गुरु नानक देव साहब जी के बारे आदि पुरख कहण दा भाव यह है कि गुरु नानक देव साहब जी 1469 ਦੇ ਵਿੱਚ ਪ੍ਰਕਾਸ਼ਮਾਨੀ ਹੋਏ। ਇਹ ਉਹਨਾਂ ਦੇ ਸਰਗੁਣ ਰੂਪ ਦਾ ਪ੍ਰਕਾਸ਼ ਹੈ। ਪਰ ਜਦੋਂ ਤੋਂ ਇਹ ਸ੍ਰਿਸ਼ਟੀ ਦਾ ਰਚਨਾ ਆਰੰਭ, ਜਦੋਂ ਨਹੀਂ ਵੀ ਸੀ ਆਰੰਭ ਹੋਇਆ, ਉਦੋਂ ਤੋਂ ਗੁਰੂ ਨਾਨਕ ਪੁਰਖ ਸਰੂਪ ਇਸ ਕਾਇਨਾਤ ਦੇ ਵਿੱਚ ਮੌਜੂਦ ਹੈ। ਕਰਤਾਰ, ਅਗਲੇ ਗੁਣ ਦਾ ਗੁਰੂ ਅਰਜਨ ਦੇਵ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਕਰਤਾਰ, ਕਿ ਕਰਤਾ ਹੋ ਕੇ ਫਿਰ ਇਸ ਸਾਰੇ ਜਗਤ ਦੀ ਰਚਨਾ ਗੁਰੂ ਨਾਨਕ ਸਰੂਪ ਤੋਂ ਹੋਈ ਹੈ। ਭਾਵ ਕਿ ਯੁੱਗਾਂ ਦਾ ਵਿਧਾਨ ਸਾਧਿਆ ਗਿਆ, ਸਾਰੇ ਬ੍ਰਹਿਮੰਡ ਦੀ ਰਚਨਾ ਹੋਈ, ਅਨੰਤ ਜੀਵਾਂ ਦਾ ਪਸਾਰਾ ਇਹ ਧਰਤੀ ਬਣੀ। ਤਾਂ ਗੁਰੂ ਸਾਹਿਬ ਜੀ ਆਖਦੇ ਕਰਤਾਰ ਦਾ ਭਾਵ ਇਹ ਹੈ ਕਿ ਜਿਹੜਾ ਰਚਨਹਾਰ ਕਰਤਾ ਹੈ ਉਹ ਆਪਣੀ ਸਾਰੀ ਰਚਨਾ ਦੇ ਅੰਦਰ ਨਿਰੰਤਰ ਜਿਹੜਾ ਵਿਆਪਕ ਹੋ ਰਿਹਾ ਹੋਵੇ। ਇਸ ਕਰਕੇ ਆਖਦੇ ਹਨ ਕਿ ਕਰਤਾਰ ਦਾ ਭਾਵ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਸਗਲ ਕਾਇਨਾਤ ਅੰਦਰ ਵਿਦਮਾਨ ਹਨ। ਕਰਨ ਕਾਰਨ ਸਭ ਆਪੇ, ਤੇ ਜਿਤਨਾ ਇਸ ਜਗਤ ਵਿੱਚ ਕਰਨ ਦੀ ਭਾਵ ਕਿਸੇ ਕਾਰਜ ਨੂੰ ਕਰਨਾ ਹੋਵੇ ਤਾਂ ਪਹਿਲਾਂ ਉਸ ਕਾਰਜ ਨੂੰ ਕਰਨ ਦੀ ਸਮਰੱਥਾ ਪੈਦਾ ਹੁੰਦੀ ਹੈ, ਫਿਰ ਉਸ ਨੂੰ ਕਾਰਜ ਨੂੰ ਕਰਨ ਦਾ ਇੱਕ ਕਾਰਨ ਲੱਭਿਆ ਜਾਂਦਾ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਬਾਰੇ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਕਰਨ ਕਾਰਨ ਇਸ ਸਾਰੀ ਮਾਨਵਤਾ ਨੂੰ ਜਦੋਂ ਤੋਂ ਆਦਿ ਯੁੱਗ ਤੋਂ ਸਾਜਿਆ ਗਿਆ, ਕਲਯੁੱਗ ਦੇ ਮੁਕਾਮ ਤੱਕ ਆਉਂਦਿਆਂ ਆਉਂਦਿਆਂ ਇਹ ਜਿਹੜੀ ਸਾਰੀ ਮਾਨਵ ਸੱਤਾ ਸੀ, ਸਾਰੀ ਮਾਨਵ ਜਾਤੀ ਪਰਮੇਸ਼ਰ ਦੇ ਪਰਮ ਸਰੂਪ ਦੀ ਸੋਝੀ ਭੁੱਲ ਗਈ ਅਤੇ ਪਰਮੇਸ਼ਰ ਦੀ ਹਸਤੀ ਨੂੰ ਬੜੇ ਛੋਟੇ ਛੋਟੇ ਰੂਪਾਂ ਦੇ ਵਿੱਚ ਮੰਨਣ ਲੱਗ ਪਈ, ਯਾਦ ਕਰਨ ਲੱਗ ਪਈ ਸੀ। ਕਹਿੰਦੇ ਤਦ ਕਰਨ ਭਾਵ ਜਿਨ੍ਹੇ ਸਮਰੱਥਾ ਕਰਕੇ ਜਗਤ ਰਚਿਆ ਹੈ, ਫਿਰ ਕਾਰਨ ਦਾ ਭਾਵ ਗਿਆਨ ਦਾ ਪ੍ਰਕਾਸ਼ ਕਰਨਾ ਸੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਭ ਆਪੇ, ਅਕਾਲ ਪੁਰਖ ਗੁਰੂ ਨਾਨਕ ਦੇਵ ਸਾਹਿਬ ਜੀ ਆਦਿ ਪੁਰਖ ਹਨ। ਕਰਤਾਰ ਭਾਵ ਸਾਰੀ ਕਾਇਨਾਤ ਵਿੱਚ ਸਮਾਏ ਹਨ ਅਤੇ ਕਰਨ ਕਾਰਨ ਵਾਲੇ ਹਨ। ਸਰਬ ਰਹਿਓ ਭਰਪੂਰ, ਸਗਲ ਘਟ ਰਹਿਓ ਵਿਆਪੇ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਸਰਬ ਰਹਿਓ ਭਰਪੂਰ। ਇਹ ਨਹੀਂ ਕਿ ਜਿਹੜੀ ਪਹਿਲੇ ਯੁੱਗਾਂ ਦੇ ਵਿੱਚ ਮਾਨਵ ਜਾਤੀ ਹੋ ਚੁੱਕੀ ਹੈ, ਉਹਨਾਂ ਦੇ ਅੰਦਰਲਾ ਜਿਹੜਾ ਜੋਤ ਸਰੂਪ ਉਹ ਕੁਝ ਹੋਰ ਸੀ। ਗੁਰੂ ਸਾਹਿਬ ਜੀ ਕਹਿੰਦੇ ਸਰਬ ਰਹਿਓ ਭਰਪੂਰ, ਹਰ ਜਰਰੇ ਜਰਰੇ ਦੇ ਵਿੱਚ ਉਸ ਜੋਤ ਦਾ ਪ੍ਰਕਾਸ਼ ਹੈ। ਸਗਲ ਘਟ ਰਹਿਓ ਵਿਆਪੇ, ਤੇ ਹਰੇਕ ਸਥਾਨ 'ਤੇ ਉਹ ਮਾਲਕ ਆਪ ਵਿਆਪ ਹੋ ਰਿਹਾ। ਇਸ ਦਾ ਭਾਵ ਇਹ ਹੈ ਕਿ ਸਰਬ ਰਹਿਓ ਭਰਪੂਰ। ਗੁਰੂ ਨਾਨਕ ਸਰੂਪ ਦਾ ਇੱਕ ਪ੍ਰਕਾਸ਼ ਤਾਂ ਹੋ ਗਿਆ ਸਰਗੁਣ ਰੂਪ ਦੇ ਵਿੱਚ, ਜਿਹੜਾ ਸਾਡੇ ਵਰਗਾ ਜਿਹਨੂੰ ਅਸੀਂ ਮਨੁੱਖਾ ਦੇਹ ਕਰਕੇ ਜਾਣਦੇ ਹਾਂ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਸਰਬ ਰਹਿਓ ਭਰਪੂਰ। ਕਿਸੇ ਨੇ ਗੁਰੂ ਨਾਨਕ ਸਰੂਪ ਨੂੰ ਜਿਵੇਂ ਜਲ ਦੇ ਵਿੱਚ ਹੈ, ਉਹਦੇ ਵਿੱਚ ਉਹਦਾ ਸੀਤਲ ਸਰੂਪ ਮੌਜੂਦ ਹੈ, ਹਵਾ ਦੇ ਵਿੱਚ ਉਹਦਾ ਪੌਣ ਸਰੂਪ ਮੌਜੂਦ ਹੈ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਦੀ ਬਖਸ਼ਿਸ਼ ਕਰਦੇ ਹਨ ਸਰਬ ਰਹਿਓ ਭਰਪੂਰ। ਸਾਰੀਆਂ ਹਾਲਤਾਂ ਦੇ ਵਿੱਚ ਮਾਲਕ ਭਰਪੂਰ ਹੈ। ਸਗਲ ਘਟ ਰਹਿਓ ਵਿਆਪੇ, ਕਿਉਂਕਿ ਜਦੋਂ ਜੇ ਮਾਲਕ ਜਰਰੇ ਜਰਰੇ ਵਿੱਚ ਨਹੀਂ ਹੋਏਗਾ ਤੇ ਫਿਰ ਹਰੇਕ ਜਰਰੇ ਦੀ ਜਿਹੜੀ ਅਰਦਾਸ ਹੈ ਉਹ ਕੌਣ ਸੁਣੇਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਗਲ ਘਟ ਰਹਿਓ ਵਿਆਪੇ। ਸਾਰੀ ਕਾਇਨਾਤ ਦੇ ਵਿੱਚ ਮਾਲਕ ਆਪ ਵਿਆਪਕ ਹੈ। ਵਿਆਪਤ ਦੇਖੀਐ ਜਗਤ, ਜਾਣੈ ਕੌਣ ਤੇਰੀ ਗਤ। ਤਾਂ ਅੱਗੇ ਬਖਸ਼ਿਸ਼ ਕਰਦੇ ਹਨ ਵਿਆਪਤ ਦੇਖੀਐ। ਵਿਆਪਤ ਦਾ ਭਾਵ ਇਹ ਹੈ ਕਿ ਕਈਆਂ ਨੂੰ ਹੋਂਦ ਉਦੋਂ ਨਜ਼ਰ ਆਉਂਦੀ ਹੈ ਜਦੋਂ ਉਹ ਪ੍ਰਗਟ ਹੋ ਜਾਂਦੀ ਹੈ, ਪਰ ਜਿਹੜੇ ਬ੍ਰਹਮ ਨਿਸ਼ਠਾ ਸਰੂਪ ਹਨ ਉਹਨਾਂ ਨੂੰ ਉਹ ਹੋਂਦ ਉਹਦੇ ਤੋਂ ਵੀ ਪਹਿਲਾਂ ਨਜ਼ਰ ਆਉਂਦੀ ਹੈ, ਜਿਵੇਂ ਭਾਈ ਨੰਦ ਲਾਲ ਜੀ ਹਨ। ਇਤਿਹਾਸ ਸਮਝਦਾ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ 1469 ਦੇ ਵਿੱਚ ਹੋਇਆ, ਪਰ ਭਾਈ ਨੰਦ ਲਾਲ ਜੀ ਦ੍ਰਿਸ਼ਟੀ ਆਖਦੀ ਹੈ ਜੇ ਪੈਸ਼ੀਨੀਆਂ ਪੇਸ਼ਤਰ ਆਮਦਾ ਗੁਰੂ ਨਾਨਕ, ਕਿ ਗੁਰੂ ਨਾਨਕ ਦੇਵ ਸਾਹਿਬ ਧਰਤੀ ਦੇ ਬ੍ਰਹਿਮੰਡ ਦੀ ਰਚਨਾ ਦੇ ਆਰੰਭ ਤੋਂ ਪਹਿਲਾਂ ਵੀ ਵਿਦਮਾਨ ਹਨ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਵਿਆਪਤ ਦੇਖੀਐ ਜਗਤ। ਇਸ ਜਗਤ ਦੇ ਵਿੱਚ ਉਸ ਨੂਰ ਦੇ ਕਿੰਨੇ ਹੀ ਪਸਾਰ ਇਸ ਸ੍ਰਿਸ਼ਟੀ ਵਿੱਚ ਆ ਚੁੱਕੇ ਹਨ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਜਾਣੈ ਕੌਣ ਤੇਰੀ ਗਤ, ਭਾਵ ਕਿ ਮਾਲਕ ਤੇਰੀ ਗਤ ਕੌਣ ਜਾਣ ਸਕਦਾ ਹੈ। ਸਰਬ ਕੀ ਰੱਖਿਆ ਕਰੈ ਆਪੇ ਹਰ ਪਤ, ਤੇ ਸਾਰੀ ਕਾਇਨਾਤ ਦੀ ਰੱਖਿਆ ਉਹ ਮਾਲਕ ਗੁਰੂ ਨਾਨਕ ਸਰੂਪ ਆਪ ਕਰਦੇ ਹਨ। ਆਪ ਕਰਨ ਦਾ ਭਾਵ ਕਿ ਇਸ ਯੁੱਗ ਦੇ ਉਧਾਰ ਕਰਤਾ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ। ਭਾਈ ਮਰਦਾਨਾ ਜੀ ਤੋਂ ਸਿਲਸਿਲਾ ਆਰੰਭ ਹੁੰਦਾ ਹੈ।
ਸਾਰੀ ਕਾਇਨਾਤ ਨੂੰ ਗੁਰੂ ਨਾਨਕ ਦੀ ਮਿਹਰ ਮਿਲਦੀ ਹੈ। ਕਿਸੇ ਨੇ ਗੁਰੂ ਨਾਨਕ ਦੀ ਮਿਹਰ ਨੂੰ ਮਿਹਰ ਗਿਆਨ ਦੇ ਰੂਪ ਵਿੱਚ ਮਾਣਿਆ, ਕਿਸੇ ਨੂੰ ਕਰੁਣਾ ਦੇ ਰੂਪ ਵਿੱਚ ਮਾਣਿਆ, ਕਿਸੇ ਨੂੰ ਸੰਗ ਸਾਥ ਦੇ ਰੂਪ ਵਿੱਚ ਮਾਣਿਆ, ਅਤੇ ਸਿੱਧਾਂ ਵਰਗਿਆਂ ਨੂੰ ਆਤਮ ਸਰੂਪ ਦਾ ਭੇਦ ਜਣਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਜੋ ਪ੍ਰਕਾਸ਼ ਕੀਤਾ। ਗੁਰੂ ਸਾਹਿਬ ਜੀ ਕਹਿੰਦੇ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ, ਅਤੇ ਉਹ ਸਦਾ ਹੀ ਆਪਣੀ ਕਾਇਨਾਤ ਦੀ ਰੱਖਿਆ ਕਰਨ ਵਾਲੇ ਹਨ। ਅਬਿਨਾਸੀ ਅਬਿਗਤ, ਭਾਵ ਕਿ ਗੁਰੂ ਨਾਨਕ ਦਾ ਸਰੂਪ ਅਬਿਨਾਸ਼ੀ ਹੈ, ਨਾਸ਼ ਹੋਣ ਵਾਲਾ ਨਹੀਂ ਹੈ। ਅਬਿਗਤ ਦਾ ਭਾਵ ਉਹ ਅਵਿਅਕਤ ਹੈ। ਭਾਵੇਂ ਸ੍ਰਿਸ਼ਟੀ ਨੇ ਕਿੰਨਾ ਬਿਆਨ ਕਰ ਦਿੱਤਾ ਹੈ ਉਹਨਾਂ ਬਾਰੇ, ਇਸ ਕਰਕੇ ਉਹ ਬਿਆਨ ਤੋਂ ਅਜੇ ਵੀ ਬਾਰੇ ਹਨ। ਆਪੇ ਆਪ ਉਤਪਤ, ਅਤੇ ਉਹਦੀ ਰਚਨਾ ਆਪਣੇ ਆਪ ਤੋਂ ਉਤਪਤ ਹੋਈ ਹੈ। ਏਕੈ ਤੂੰ ਹੀ ਏਕੈ ਆਨ ਨਾਹੀ ਤੁਮ ਪਤ, ਅਤੇ ਜ਼ਿਕਰ ਕਰਦੇ ਹਨ ਕਿ ਗੁਰੂ ਨਾਨਕ ਸਰੂਪ ਆਪ ਜੀ ਏਕੋ ਹੋ ਅਤੇ ਏਕੋ ਵਰਗਾ ਇੱਕ ਹੀ ਹੈ, ਹੋਰ ਦੂਜਾ ਨਹੀਂ ਜਿਹਦੀ ਇਹਦੇ ਸਮਾਨ ਕਲਪਨਾ ਕਰ ਸਕੇ। ਇਸ ਕਰਕੇ ਹਰ ਅੰਤ ਨਹੀਂ ਪਾਰਾਵਾਰ, ਕੌਣ ਹੈ ਕਰੇ ਵਿਚਾਰ, ਕਿ ਉਸ ਗੁਰੂ ਨਾਨਕ ਸਰੂਪ ਦਾ ਅੰਤ ਕਿਸੇ ਤਲ 'ਤੇ ਵੀ ਨਹੀਂ ਪਾਇਆ ਜਾ ਸਕਦਾ। ਇਹ ਨਹੀਂ ਕਿ ਜਿੰਨੀ, ਇਸ ਕਰਕੇ ਸਾਡੀ ਦ੍ਰਿਸ਼ਟੀ ਦੇ ਵਿੱਚ ਇਤਿਹਾਸ ਨੇ ਗੁਰੂ ਨਾਨਕ ਸਰੂਪ ਦੀ ਬੜੀ ਛੋਟੀ ਜਿਹੀ ਤਸਵੀਰ ਬਣਾਈ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਜਦੋਂ ਇਹ ਜ਼ਿਕਰ ਕੀਤਾ ਕਿ ਹਰ ਅੰਤ ਨਾ ਹੀ ਪਾਰਾਵਾਰ, ਅਤੇ ਉਹਦਾ ਭਾਵ ਹੈ ਕਿ ਜਦੋਂ ਤੋਂ ਬ੍ਰਹਿਮੰਡ ਸਾਜਿਆ ਗਿਆ ਹੈ, ਸ੍ਰਿਸ਼ਟੀ ਨੂੰ ਜਿੰਨੀ ਮਿਹਰ ਪ੍ਰਾਪਤ ਹੋ ਰਹੀ ਹੈ, ਜਿੰਨੀ ਨਿਵਾਜਿਸ਼ ਪ੍ਰਾਪਤ ਹੋ ਰਹੀ ਹੈ, ਉਹ ਸਾਰੀ ਗੁਰੂ ਨਾਨਕ ਸਰੂਪ ਤੋਂ ਮਿਲ ਰਹੀ ਹੈ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਕੌਣ ਹੈ ਕਰੇ ਵਿਚਾਰ, ਕਿਹੜਾ ਹੈ ਜਿਹੜਾ ਉਸ ਸਰੂਪ ਦੀ ਵਿਚਾਰ ਕਰ ਸਕਦਾ ਹੈ। ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ, ਅਤੇ ਸਾਰੇ ਜਗਤ ਦੇ ਪਿਤਾ ਰੂਪ ਹੋ ਕੇ ਪ੍ਰਤਪਾਲਕ ਗੁਰੂ ਨਾਨਕ ਸਰੂਪ ਹਨ, ਅਤੇ ਸਾਰਿਆਂ ਪ੍ਰਾਣਾਂ ਦਾ ਆਧਾਰ, ਜਿਸ ਨੂੰ ਅਸੀਂ ਅਕਾਲ ਪੁਰਖ ਸਰੂਪ ਆਖਦੇ ਹਾਂ, ਉਹੀ ਗੁਰੂ ਨਾਨਕ ਹਨ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ, ਏਕ ਜਿਹੀ ਕਿਆ ਬਖਾਨੈ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਜਨ ਨਾਨਕ ਭਗਤ ਦਰ, ਭਾਵ ਕਿ ਇਹ ਅਕਾਲ ਪੁਰਖ ਸਰੂਪ ਗੁਰੂ ਨਾਨਕ ਦੇਵ ਸਾਹਿਬ ਜੀ, ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਨੂੰ ਜਨ ਸਰੂਪ ਆਖਦੇ ਹਨ ਕਿ ਤੁਹਾਡੇ ਦਰ 'ਤੇ ਭਗਤ ਦੇ ਤੁਲ ਅਸੀਂ ਹੋਏ ਹਾਂ, ਅਤੇ ਤੁਹਾਨੂੰ ਹੀ ਬ੍ਰਹਮ ਦੇ ਸੰਸਰ ਜਾਣਿਆ ਹੈ। ਏਕ ਜਿਹੀ ਕਿਆ ਬਖਾਨੈ, ਆਪ ਜੀ ਦੀ ਕੀ ਮਹਿਮਾ ਕਥਨ ਕਰ ਸਕਦੇ ਹਾਂ। ਕੇਵਲ ਇਤਨਾ ਹੀ, ਹਾਂ ਕਿ ਬਲ 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 ਸਦ ਬਲਹਾਰ, ਕੇਵਲ ਇੰਨਾ ਕਿ ਵਾਰੀ ਵਾਰੀ ਬਹੁਤ ਵਾਰੀ ਸਦਾ ਆਪ ਜੀ ਤੋਂ ਬਲਹਾਰ ਜਾਂਦੇ ਹਾਂ। ਅੰਮ੍ਰਿਤ ਪ੍ਰਵਾਹ ਸਰ ਅਤੁਲ ਭੰਡਾਰ ਭਰ, ਪਰੈ ਹੀ ਤੈ ਪਰੈ ਅਪਰ ਅਪਾਰ ਪਰ। ਹੁਣ ਗੁਰੂ ਨਾਨਕ ਦੇਵ ਸਾਹਿਬ ਜੀ ਅਕਾਲ ਪੁਰਖ ਸਰੂਪ ਦੀ ਰਹਿਮਤ ਦਾ ਜ਼ਿਕਰ ਕਰਦੇ ਹਨ। ਅੰਮ੍ਰਿਤ ਪ੍ਰਵਾਹ, ਕਿ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਆਗਮਨ ਇਸ ਸ੍ਰਿਸ਼ਟੀ ਦੇ ਉੱਪਰ ਹੋਇਆ, ਤਾਂ ਇਸ ਸ੍ਰਿਸ਼ਟੀ ਦੀ, ਇਸ ਯੁੱਗ ਦੀ ਹਾਲਤ ਕੀ ਸੀ ਕਿ ਅਗਿਆਨ ਦੀ ਧੁੰਦ ਚਾਰੇ ਪਾਸੇ ਪਸਰੀ ਪਈ ਸੀ। ਧਰਮ ਦਾ ਜਿਹੜਾ ਉੱਜਲ ਸਰੂਪ ਸੀ ਉਹ ਕਿਸੇ ਬੜਾ ਦਰਕਿਨਾਰ ਹੋ ਗਿਆ ਸੀ। ਤਾਂ ਫਿਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਅੰਮ੍ਰਿਤ ਪ੍ਰਵਾਹ, ਇਸ ਯੁੱਗ ਨੂੰ ਗਿਆਨ ਦਾ ਵਰਦਾਨ, ਜੀਵਨ ਮੁਕਤੀ ਦੀ ਅਵਸਥਾ ਦਾ ਅਨੁਭਵ, ਅਤੇ ਸਾਰੇ ਯੁੱਗ ਦੇ ਵਿੱਚ ਅਧਰਮ ਦੀ ਕਾਣ ਮੇਟ ਕੇ ਸੱਤ ਸਰੂਪ ਦਾ ਪ੍ਰਕਾਸ਼ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀਤਾ। ਇਸ ਕਰਕੇ ਆਖਦੇ ਹਨ ਅੰਮ੍ਰਿਤ ਪ੍ਰਵਾਹ, ਕਿ ਗੁਰੂ ਨਾਨਕ ਸਰੂਪ ਤੋਂ ਬਾਣੀ ਦੁਆਰਾ, ਉਹਨਾਂ ਦੀ ਨਜ਼ਰ ਦੁਆਰਾ ਸਾਰੀ ਦ੍ਰਿਸ਼ਟੀ ਨੂੰ ਜਿਹੜਾ ਅੰਮ੍ਰਿਤ ਪ੍ਰਵਾਹ, ਭਾਵ ਕਿ ਅੰਮ੍ਰਿਤ ਕੀ ਦਾਤ ਮਿਲਦੀ ਹੈ। ਪਰ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਅੰਮ੍ਰਿਤ ਪ੍ਰਵਾਹ ਸਰ। ਹੁਣ ਜਿਵੇਂ ਕੁਝ ਸਰੋਵਰ ਨੇ, ਜਦੋਂ ਉਹ ਬਣਾਏ ਜਾਂਦੇ ਹਨ, ਉਹਨਾਂ ਦੇ ਵਿੱਚੋਂ ਜਲ ਬਾਹਰੋਂ ਲਿਆ ਕੇ ਪਾਇਆ ਜਾਂਦਾ ਹੈ। ਫਿਰ ਉਹਨਾਂ ਦਾ ਜਲ ਘਟਣ ਵਾਲਾ ਵੀ ਹੁੰਦਾ ਹੈ। ਫਿਰ ਉਹਨਾਂ ਦੇ ਜਲ ਵਿੱਚ ਕਈ ਤਰ੍ਹਾਂ ਦੀਆਂ ਵਿਆਪਤੀਆਂ ਵੀ ਵਿਆਪਦੀਆਂ ਹਨ, ਭਾਵ ਕਿ ਉਹਨਾਂ ਦੇ ਵਿੱਚ ਮੱਛੀ ਆਦਿਕ ਵੀ ਆਪ ਲਿਆ ਕੇ ਪਾਈਆਂ ਜਾਂਦੀਆਂ ਹਨ। ਫਿਰ ਉਹਨਾਂ ਸਰੋਵਰਾਂ ਦਾ ਕੋਈ ਕੰਢਾ ਆਦਿਕ ਵੀ ਨਿਸ਼ਚਿਤ ਹੁੰਦਾ ਹੈ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਗੁਰੂ ਨਾਨਕ ਸਰੂਪ ਜੋ ਅੰਮ੍ਰਿਤ ਦੇ ਪ੍ਰਵਾਹ ਦਾ ਸਰੋਵਰ ਹੈ, ਉਹ ਕਿਸੇ ਦੂਸਰੇ ਦੁਆਰਾ ਨਹੀਂ ਸਾਜਿਆ ਹੋਇਆ, ਉਹ ਆਪਣੇ ਆਪ ਤੋਂ ਉਤਪਤ ਹੋਇਆ ਹੈ। ਅਤੇ ਉਹਦੇ ਅੰਮ੍ਰਿਤ ਪ੍ਰਵਾਹ ਦੇ ਵਿੱਚ ਗਿਆਨ ਦਾ, ਭਗਤੀ ਦਾ, ਕਰੁਣਾ ਦਾ
ਅਥਾਹ ਪ੍ਰਕਾਸ਼ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਤੁੱਲ ਭੰਡਾਰ ਭਰ। ਅਤੇ ਜਿਹੜੀ ਸੰਸਾਰ ਨੂੰ ਰਹਿਮਤਾਂ ਨਵਾਜ਼ਿਸ਼ਾਂ ਮਿਲਣੀਆਂ ਹਨ, ਇਹਦਾ ਅਤੁੱਲ ਭੰਡਾਰ ਗੁਰੂ ਨਾਨਕ ਦੇਵ ਸਰੂਪ ਦੇ ਵਿੱਚ ਆਪਣੇ ਆਪ ਪਿਆ ਹੋਇਆ ਹੈ। ਇਸ ਗੱਲ ਨੂੰ ਇਉਂ ਸਮਝਣ ਦਾ ਯਤਨ ਕਰੀਏ ਕਿ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਉਦਾਸੀਆਂ ਦਾ ਭ੍ਰਮਣ ਕਰਕੇ ਸ੍ਰਿਸ਼ਟੀ ਦੇ ਕਲਿਆਣ ਦੇ ਲਈ ਆਪਣੇ ਯਤਨ, ਆਪਣਾ ਸਫ਼ਰ ਆਰੰਭ ਕੀਤਾ, ਤਾਂ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਸਾਰੀ ਲੋਕਾਈ ਹੈ। ਸਾਰੀ ਲੋਕਾਈ ਦਾ ਦੁੱਖ ਵੀ ਇੱਕੋ ਜਿਹਾ ਨਹੀਂ ਹੈ, ਸਾਰੀ ਲੋਕਾਈ ਦੀ ਸਥਿਤੀ ਵੀ ਇੱਕੋ ਜਿਹੀ ਨਹੀਂ ਹੈ। ਹਰੇਕ ਨੂੰ ਅਕਾਲ ਪੁਰਖ ਦੀ ਮਿਹਰ ਚਾਹੀਦੀ ਹੈ। ਤਦ ਇਸ ਕਰਕੇ ਗੁਰੂ ਸਾਹਿਬ ਜੀ ਆਖਦੇ ਅਤੁੱਲ ਭੰਡਾਰ ਭਰ। ਜੇ ਸਾਰੇ ਸੰਸਾਰ ਨੂੰ ਕਰੁਣਾ ਚਾਹੀਦੀ ਸੀ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਰਿਆਂ ਦੇ ਉੱਪਰ ਕਰੁਣਾ ਕੀਤੀ ਹੈ। ਜੇ ਸੰਸਾਰ ਨੂੰ ਗਿਆਨ ਦਾ ਪ੍ਰਕਾਸ਼ ਚਾਹੀਦਾ ਸੀ ਤੇ ਗਿਆਨ ਦਾ ਅਥਾਹ ਪ੍ਰਕਾਸ਼ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀਤਾ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਆਖਦੇ ਅਤੁੱਲ ਭੰਡਾਰ ਭਰ, ਪਰੈ ਹੀ ਤੈ ਪਰੈ। ਕਿ ਜਿੰਨੀ ਕਲਪਨਾ ਦੇ ਵਿੱਚ ਗੁਰੂ ਨਾਨਕ ਸਰੂਪ ਦੀ ਮਿਹਰ ਨੂੰ ਸਾਜ ਲਿਆ ਗਿਆ ਹੈ, ਉਹਦੇ ਤੋਂ ਵੀ ਬੜਾ ਪਰੇ ਹੈ, ਅਪਰ। ਕਿਸੇ ਤਰ੍ਹਾਂ ਨਾਲ ਉਹਦਾ ਪਾਰ ਨਹੀਂ ਲੱਭਿਆ ਜਾ ਸਕਦਾ। ਅਪਾਰ ਪਰ, ਉਹਦੇ ਤੋਂ ਵੀ ਹੋਰ ਬੇਅੰਤ ਹੈ। ਆਪਨੋ ਭਾਵਨ ਕਰ, ਮੰਤਰ ਨਾ ਦੂਸਰੋ ਧਰ। ਔਪਤ ਪਰਲੋ ਏਕੈ ਨਿਮਖ ਤੋ ਘਰ। ਜ਼ਿਕਰ ਕਰਦੇ ਹਨ ਕਿ ਜਦੋਂ ਅਕਾਲ ਪੁਰਖ ਸਰੂਪ ਸਾਰੀ ਸ੍ਰਿਸ਼ਟੀ ਦੀ ਸਾਜਨਾ ਕਰਦਾ ਹੈ, ਆਪਣੇ ਸਾਰੇ ਸਰੂਪ ਦਾ ਵਿਸਥਾਰ ਕਰਦਾ ਹੈ, ਮੰਤਰ ਨਾ ਦੂਸਰੋ ਧਰ। ਉਹ ਕਿਸੇ ਦੂਸਰੇ ਦੀ ਸਲਾਹ ਆਦਿਕ ਨਹੀਂ ਲੈਂਦਾ, ਕਿਸੇ ਦੂਸਰੇ ਆਦਿਕ ਦਾ ਨਿਰਣਾ ਨਹੀਂ ਬੁੱਝਦਾ। ਕਿਉਂਕਿ ਸ੍ਰਿਸ਼ਟੀ ਦੀ ਰਚਨਾ ਦੇ ਸੰਬੰਧ ਵਿੱਚ ਕਿਹਾ ਜਾਂਦਾ ਹੈ ਕਿ ਇਹ ਅਣੂਆਂ ਅਤੇ ਪਰਮਾਣੂਆਂ ਤੋਂ ਬਣੀ ਹੈ। ਕੋਈ ਆਖਦਾ ਪੁਰਸ਼ ਅਤੇ ਪ੍ਰਕਿਰਤੀ ਤੋਂ ਬਣੀ ਹੈ, ਪਰ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕੋਈ ਆਖਦਾ ਇਹ ਸ੍ਰਿਸ਼ਟੀ ਜਿਹੜੀ ਹੈ ਧਰਮ ਰੂਪ ਧੌਲ ਦੇ ਬਲਦ ਦੇ ਸਿੰਘਾਂ ਉੱਪਰ ਖੜੀ ਹੈ। ਕੋਈ ਆਖਦਾ ਇਸ ਨੂੰ ਪਾਣੀ ਆਧਾਰ ਦੇ ਰਿਹਾ, ਪਰ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਆਪਨੋ ਭਾਵਨ ਕਰ। ਉਸ ਮਾਲਕ ਨੇ ਕਿਵੇਂ ਰਚਨਾ ਕੀਤੀ ਹੈ, ਉਸ ਰਚਨਾ ਦਾ ਭੇਦ ਕੀ ਹੈ, ਕਹਿੰਦੇ ਦੂਸਰੇ ਪਾਸੋਂ ਨਹੀਂ ਪੁੱਛਦਾ। ਕਿਉਂਕਿ ਉਹਨੇ ਸਾਰੇ ਸ੍ਰਿਸ਼ਟੀ ਦੀ ਰਚਨਾ ਜਿਹੜੀ ਆਦ ਰੂਪ ਦੇ ਵਿੱਚ ਆਪ ਕੀਤੀ। ਇਸ ਕਰਕੇ ਆਦਿ ਪੁਰਖ ਦਾ ਕਹਿਣ ਦਾ ਭਾਵ ਇਹ ਹੈ ਕਿ ਜਿੰਨੇ ਆਕਾਰ ਬਣਨੇ ਹਨ, ਜਿੰਨੀਆਂ ਵਸਤਾਂ ਬ੍ਰਹਿਮੰਡ ਬਣਨੇ ਹਨ, ਇਹਨਾਂ ਦਾ ਆਦਿ ਤੱਤ ਜਿਹੜਾ ਗੁਰੂ ਨਾਨਕ ਸਰੂਪ। ਇਸ ਕਰਕੇ ਆਖਦੇ ਹਨ ਔਪਤ ਪਰਲੋ ਏਕੈ ਨਿਮਖ ਤੋ ਘਰ। ਸਾਰੇ ਜਗਤ ਦੀ ਰਚਨਾ ਅਤੇ ਉਹਦੀ ਪਰਲੋ ਕਰਕੇ ਨਾਸ਼ ਕਰਨਾ, ਇਹ ਇੱਕੋ ਅਕਾਲ ਪੁਰਖ ਸਰੂਪ ਦੇ ਅਧੀਨ ਹੈ। ਬਾਣੀ ਵਿੱਚ ਵਾਕ ਹਨ ਸਤਿਗੁਰੂ ਸਾਹਿਬ ਜੀ ਦੇ ਸਾਨੂੰ ਹਰਨ ਭਰਨ ਜਾਂ ਕਾ ਨੇਤਰ ਫੋਰ। ਕਿ ਉਹ ਮਾਲਕ ਸ੍ਰਿਸ਼ਟੀ ਦੀ ਉਤਪਤੀ ਇੱਕ ਖਿਣ ਦੇ ਵਿੱਚ ਕਰਦਾ ਹੈ, ਇੱਕ ਖਿਣ ਦੇ ਵਿੱਚ ਨਾਸ਼ ਹੋ ਜਾਂਦੀ। ਹੁਣ ਇੱਕ ਖਿਣ ਦੇ ਵਿੱਚ ਉਤਪਤੀ ਕਰਨ ਦਾ ਭਾਵ ਕੀ ਹੈ ਕਿ ਜਦੋਂ ਕੋਈ ਬੀਜ ਬੋਇਆ ਜਾਂਦਾ ਹੈ ਅਤੇ ਉਹਨੂੰ ਬੋਣ ਦਾ ਇੱਕ ਖਿਣ ਲੱਗਦਾ ਹੈ, ਪਰ ਉਹ ਬੋਂਦੇ ਸਾਰ ਹੀ ਆਪਣੀ ਉਤਪਤੀ ਸ਼ੁਰੂ ਕਰ ਦਿੰਦਾ ਹੈ। ਫਿਰ ਇਸੇ ਤਰ੍ਹਾਂ ਜਦੋਂ ਕੁਮਲਾਉਂਦਾ, ਉਹਦੇ ਆਦ ਵਿੱਚ ਜਦੋਂ ਕੁਮਲਾ ਜਾਵੇ, ਫਿਰ ਬਾਕੀ ਉਹਦੀ ਸਾਰੀ ਹਸਤੀ ਕੁਮਲਾ ਜਾਂਦੀ। ਇਸ ਕਰਕੇ ਕਹਿੰਦੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਏਕੈ ਨਿਮਖ ਤੋ ਘਰ। ਮਾਲਕ ਤੇਰੀ ਇੱਕੋ ਇੱਕ ਸਰੂਪ ਹਸਤੀ ਹੈ ਜਿਹੜੀ ਇਸ ਸਾਰੇ ਜਗਤ ਦੀ ਰਚਨਾ ਅਤੇ ਨਾਸ਼ ਕਰਨ ਵਾਲੀ ਹੈ। ਆਨ ਨਾਹੀ ਸਮਸਰ ਉਜਿਆਰੋ ਨਿਰਮਰ, ਕੋਟ ਪਰਾਸ਼ਤ ਜਾਹੇ ਨਾਮ ਲੀਏ ਹਰ ਹਰ। ਤਾਂ ਬਖਸ਼ਿਸ਼ ਕਰਦੇ ਹਨ ਆਨ ਨਾਹੀ ਸਮਸਰ। ਕਿ ਗੁਰੂ ਨਾਨਕ ਸਰੂਪ ਦੇ ਸੰਸਰ ਬਰਾਬਰ ਕੋਈ ਹੋਰ ਉਜਲਾ ਨਹੀਂ ਹੈ, ਕੋਈ ਨਿਰਮਲ ਨਹੀਂ ਹੈ। ਕੋਟ ਪਰਾਸ਼ਤ ਜਾਹੇ, ਕਰੋੜਾਂ ਜਿਹੜੇ ਪਾਪ ਹਨ ਗੁਰੂ ਨਾਨਕ ਸਰੂਪ ਦੀ ਸਿਮਰਤੀ ਦੇ ਨਾਲ, ਹਰ ਦਾ ਅਰਥ ਵਿਆਪਕ ਹੈ ਕਹਿਣ ਦੇ ਨਾਲ, ਉਚਾਰਨ ਕਰਨ ਦੇ ਨਾਲ ਨਾਸ਼ ਹੋ ਜਾਂਦੇ ਹਨ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮਸਰ, ਏਕ ਜਿਹੀ ਕਿਆ ਬਖਾਨੈ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਹੇ ਸਤਿਗੁਰੂ ਗੁਰੂ ਨਾਨਕ ਬ੍ਰਹਮ ਸਰੂਪ, ਆਪ ਜੀ ਦੇ ਦਰ ਦੇ ਭਗਤ ਦੇ ਬਰਾਬਰ ਤੁਲੇ ਹੋਏ ਹਾਂ। ਏਕ ਜਿਹੀ ਕਿਆ ਬਖਾਨੈ, ਸਾਡੀ ਇੱਕ ਜੀਭ ਤੁਹਾਡੇ ਸਰੂਪ ਦਾ ਕੀ ਬਿਆਨ ਕਰ ਸਕਦੀ ਹੈ। ਕੇਵਲ ਇਤਨਾ ਹੀ ਹੈ ਹਾਂ ਕਿ ਬਲ 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 ਸਦ ਬਲਹਾਰ। ਕਿ ਬਾਰ-ਬਾਰ ਆਪਣੇ ਤੁਹਾਡੇ ਸਰੂਪ ਤੋਂ ਤੁਹਾਡੀ ਅਗੰਮਤਾ ਦੇ ਲਖਤਾ ਦੇ ਭੇਦ ਨੂੰ ਪ੍ਰਗਟਾ ਕਰ ਕਰਕੇ
ਤੁਹਾਡੇ ਤੋਂ ਕੁਰਬਾਨ ਜਾਂਦੇ ਹਾਂ। ਸਗਲ ਪਵਨ ਧਾਰੇ ਏਕ ਥੇ ਕੀਏ ਬਿਸਥਾਰੇ। ਪੂਰ ਰਹਿਓ ਸਰਬ ਮੈਂ ਆਪ ਹੈ ਨਿਰਾਰੇ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਸਗਲ ਭਵਨ ਧਾਰੇ। ਜਿੰਨੇ ਸਰੀਰ ਸਾਜੇ ਹਨ ਇਹ ਏਕੋ ਤੋਂ ਉਤਪਤ ਹੋਏ ਹਨ, ਏਕੋ ਆਦਿ ਤੱਤ ਤੋਂ ਇਹਨਾਂ ਸਾਰਿਆਂ ਦੀ ਰਚਨਾ ਹੋਈ ਹੈ। ਅਤੇ ਜ਼ਿਕਰ ਕਰਦੇ ਹਨ ਪੂਰ ਰਹਿਓ, ਸਾਰਿਆਂ ਦੇ ਅੰਦਰ ਉਹ ਪਰਿਪੂਰਨ ਅਕਾਲ ਪੁਰਖ ਵਿਆਪਕ ਹੈ। ਪਰ ਸਰਬ ਮਹਿ ਆਪ ਹੈ ਨਿਰਾਰੇ, ਪਰ ਆਪ ਵਿਆਪਕ ਹੋ ਕੇ ਵੀ ਨਿਰਾਰਾ ਹੈ। ਹੁਣ ਜਿਵੇਂ ਅਸੀਂ ਸਾਰੀ ਮਨੁੱਖ ਜਾਤੀ ਦੀ ਰਚਨਾ ਦੀ ਗੱਲ ਕਰੀਏ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜਿਹੜਾ ਪਹਿਲੀ ਰਚਨਾ ਹੈ ਉਹ ਗੁਰੂ ਨਾਨਕ ਸਰੂਪ ਤੋਂ ਬਣੀ ਹੈ। ਇਸ ਕਰਕੇ ਉਹਨੇ ਹੀ ਸਾਰੇ ਸਰੂਪ ਸਾਜੇ ਹਨ। ਪੂਰ ਰਹਿਓ, ਜਿਵੇਂ ਮਾਲਕ ਦੀ ਸੱਤਾ ਆਤਮ ਰੂਪ ਕਰਕੇ ਸਾਡੇ ਅੰਦਰ ਵਿਦਮਾਨ ਹੁੰਦੀ ਹੈ, ਅਤੇ ਉਹ ਵਿਦਮਾਨ ਹੋਣ ਦੇ ਨਾਲ ਜੇ ਸਾਡੇ ਸਰੀਰ ਨਾਸ਼ ਹੋ ਜਾਂਦੇ ਹਨ, ਸਰੀਰ ਤਾਂ ਜਲਾਇਆ ਜਾਂਦਾ ਹੈ ਪਰ ਜਿਹੜੀ ਆਤਮਾ ਹੈ ਉਹ ਨਾਸ਼ਵਾਨਤਾ ਤੋਂ ਰਹਿਤ ਹੋਣ ਕਰਕੇ ਜਲਾਈ ਨਹੀਂ ਜਾਂਦੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਾਰਿਆਂ ਦੇ ਵਿੱਚ ਪੂਰਨ, ਭਾਵ ਕਿ ਸਾਡੇ ਜੀਵਨ ਦੀਆਂ ਸਾਰੀਆਂ ਹਾਲਤਾਂ ਸਾਡੇ ਆਤਮ ਸਰੂਪ ਕਰਕੇ ਚੱਲਦੀਆਂ ਹਨ। ਜੇ ਆਤਮ ਸਰੂਪ ਨਾ ਹੋਵੇ ਤਾਂ ਸਾਡੇ ਜੀਵਨ ਦੀ ਕੋਈ ਰਚਨਾ ਨਹੀਂ ਬਣ ਸਕਦੀ। ਪਰ ਆਖਦੇ ਹਨ ਸਰਬ ਮਹਿ ਆਪ ਹੈ ਨਿਰਾਰੇ, ਅਤੇ ਉਹ ਜੋਤ ਸਰੂਪ ਮਨੁੱਖ ਦੀ ਰਚਨਾ ਨੂੰ ਸਾਜ ਕੇ ਫਿਰ ਆਪਣੇ ਆਪ ਤੋਂ ਵੱਖ ਹੋ ਜਾਂਦੀ ਹੈ, ਨਿਰਾਰੀ ਰਹਿ ਜਾਂਦੀ ਹੈ। ਕਿਸੇ ਤਰ੍ਹਾਂ ਦੀ ਸੀਮਾ ਕਲਪਨਾ ਦੇ ਵਿੱਚ ਕੈਦ ਨਹੀਂ ਕੀਤੀ ਜਾਂਦੀ ਹੈ। ਹਰ ਗੁਣ ਨਾਹੀ ਅੰਤ ਪਾਰੇ, ਜੀ ਜੰਤ ਸਭ ਥਾਰੇ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਹਰ ਗੁਣ ਨਾਹੀ ਅੰਤ ਪਾਰੇ। ਕਿਸੇ ਤਰ੍ਹਾਂ ਵੀ ਮਾਲਕ ਸਰੂਪ ਤੇਰੇ ਗੁਣਾਂ ਦਾ ਅੰਤ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਤੇਰੀ ਹਸਤੀ ਇਤਨੀ ਵਿਸ਼ਾਲ ਹੈ ਕਿ ਪਹਿਲੀ ਗੱਲ ਤਾਂ ਉਹ ਕਲਪਨਾ ਦੇ ਵਿੱਚ ਪੂਰੀ ਨਹੀਂ ਆ ਸਕਦੀ। ਫਿਰ ਜਦੋਂ ਤੂੰ ਜਿਹੜੇ ਸਰੂਪ ਦਾ ਪ੍ਰਗਟਾਓ ਆਪਣੀ ਸਰਗੁਣ ਰੂਪ ਦੇ ਨਾਲ ਕਰ ਦਿੰਦਾ ਹੈ, ਉਹਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਹੁਣ ਇਹ ਗੱਲ ਬੜੀ ਸੂਖਮ ਭੇਦ ਕਰਕੇ ਸਮਝਣ ਦੀ ਲੋੜ ਹੈ ਕਿ ਅਸੀਂ ਆਪਣੀ ਦ੍ਰਿਸ਼ਟੀ ਨੂੰ, ਜਿਹੜਾ ਗੁਰੂ ਨਾਨਕ ਦਾ ਬਿੰਬ ਬਣਿਆ, ਉਹਨੂੰ ਤੋੜਨਾ ਕਿਵੇਂ ਹੈ। ਸਾਡੀ ਦ੍ਰਿਸ਼ਟੀ ਵਿੱਚ ਤਾਂ ਹੁਣ 1469 1539 ਬਣਿਆ ਹੋਇਆ ਹੈ, ਅਤੇ ਗੁਰੂ ਅਰਜਨ ਦੇਵ ਸਾਹਿਬ ਦੀ ਦ੍ਰਿਸ਼ਟੀ ਵਿੱਚ ਹਰ ਗੁਣ ਨਾ ਹੀ ਅੰਤ ਪਾਰੇ। ਕਿਉਂਕਿ ਜਿਹੜੇ ਧਰਤੀ 'ਤੇ ਗਿਆਨ ਦਾ, ਮਾਲਕ ਦੀ ਰਹਿਮਤ ਦਾ ਪ੍ਰਕਾਸ਼, ਉਹ ਇਕੱਲਾ 1469 ਵਿੱਚ ਥੋੜ੍ਹਾ ਆਰੰਭ ਹੋਇਆ ਹੈ। ਉਹ ਤਾਂ ਜਦੋਂ ਦੀ ਸ੍ਰਿਸ਼ਟੀ ਸਾਜੀ ਹੈ ਉਦੋਂ ਦਾ ਹੀ ਆਰੰਭ ਹੋਇਆ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਰ ਗੁਣ ਨਾ ਹੀ ਅੰਤ ਪਾਰੇ। ਕਿਸੇ ਵੀ ਤਰੀਕੇ ਨਾਲ ਉਸ ਮਾਲਕ ਸਰੂਪ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜੀ ਜੰਤ ਸਭ ਥਾਰੇ, ਆ ਸਾਰੇ ਜੀ ਮਾਲਕ ਦੇ ਰਚੇ ਹੋਏ ਹਨ। ਸਗਲ ਕੋ ਦਾਤਾ, ਸਾਰਿਆਂ ਨੂੰ ਉਹ ਦਾਤਾ ਦਾਤਾਰ, ਸਭ ਤਰ੍ਹਾਂ ਦੀ ਬਖਸ਼ਿਸ਼ ਕਰਨ ਵਾਲਾ ਆਪ ਹੈ। ਇੱਕ ਹੈ ਅਲੱਖ ਮੁਰਾਰੇ, ਉਹਦੀ ਲੱਖਤਾ ਨਹੀਂ ਕਥੀ ਜਾ ਸਕਦੀ। ਮੁਰਾਰੇ ਦਾ ਭਾਵ ਕਿ ਉਹ ਸਭ ਤਰ੍ਹਾਂ ਦੇ ਸੰਘਾਰਕ ਵਿਆਧੀਆਂ ਦਾ ਨਾਸ਼ ਕਰਤਾ ਹੈ। ਆਪ ਹੀ ਧਾਰਨ ਧਾਰੇ, ਕੁਦਰਤ ਹੈ ਦੇਖਾਰੇ। ਬਰਨ ਚੇਹਨ ਨਾਹੀ ਮੁਖ ਨਾਮ ਸਾਰੇ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਆਪ ਹੀ ਧਾਰਨ ਧਾਰੇ। ਇਹ ਸ੍ਰਿਸ਼ਟੀ ਦੇ ਵਿੱਚ ਜਦੋਂ ਗੁਰੂ ਨਾਨਕ ਸਰੂਪ ਆਰੰਭ ਦੇ ਵਿੱਚ ਸਾਜੇ ਗਏ, ਅਤੇ ਕਹਿੰਦੇ ਸ੍ਰਿਸ਼ਟੀ ਦਾ ਸਿਲਸਿਲਾ ਚੱਲਦਾ ਰਿਹਾ। ਜੀਵਾਂ ਦਾ ਆਉਣ ਜਾਣ, ਧਾਰਮਿਕ ਪੈਗੰਬਰਾਂ ਦਾ ਸੰਸਾਰ ਨੂੰ ਨਿਵਾਜਣ ਦਾ ਕਰਮ ਬਣਦਾ ਰਿਹਾ। ਪਰ ਜਦੋਂ ਤੱਕ ਸ੍ਰਿਸ਼ਟੀ ਨੂੰ ਅਕਾਲ ਪੁਰਖ ਦੇ ਸੰਪੂਰਨ ਸਰੂਪ ਦੀ ਪ੍ਰਾਪਤੀ ਨਾ ਹੋਈ, ਉਹਨਾਂ ਚਿਰ ਸ੍ਰਿਸ਼ਟੀ ਕਹਿੰਦੇ ਅਰਦਾਸ ਦੇ ਵਿੱਚ ਰਹੀ। ਅਤੇ ਕਹਿੰਦੇ ਫਿਰ ਜਦੋਂ ਪਰਮ ਅਰਦਾਸ ਕਲਯੁੱਗ ਦੀ ਭਿਆਨਕਤਾ ਕਰਕੇ ਅਕਾਲ ਪੁਰਖ ਦੇ ਪਰਮ ਸਰੂਪ ਬਾਰੇ ਸੁਣੀ ਗਈ, ਤਾਂ ਫਿਰ ਅਕਾਲ ਪੁਰਖ ਸਰੂਪ ਨੇ ਜਿਹੜਾ ਆਦਿ ਪੁਰਖ ਆਪਣਾ ਰੂਪ ਆਰੰਭ ਦੇ ਵਿੱਚ ਸਾਜਿਆ ਸੀ, ਫਿਰ ਉਸੇ ਰੂਪ ਨੂੰ ਉਸੇ ਤਰ੍ਹਾਂ ਸਾਜ ਕੇ ਧਰਤੀ 'ਤੇ ਭੇਜਦੇ ਹਨ। ਇਸ ਕਰਕੇ ਆਖਦੇ ਹਨ ਆਪ ਹੀ ਧਾਰਨ ਧਾਰੇ, ਕਿ ਉਹ ਅਕਾਲ ਪੁਰਖ ਸਰੂਪ ਜਾਣਦਾ ਹੈ ਕਿ ਕਦੋਂ ਸ੍ਰਿਸ਼ਟੀ 'ਤੇ ਉਹਦੇ ਸਰਗੁਣ ਸਰੂਪ ਦੀ ਲੋੜ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕੁਦਰਤ ਹੈ ਦੇਖਾਰੇ, ਅਤੇ ਉਹਦੀ ਜਿਹੜੀ ਰਹਿਮਤ ਹੈ, ਉਹਦਾ ਪ੍ਰਕਾਸ਼ ਕੁਦਰਤ ਵਿੱਚ ਹੈ, ਪਰ ਉਹਦੇ ਸਰੂਪ ਦੀ ਇੱਕ ਅਚਰਜਤਾ ਵੀ ਹੈ। ਬਰਨ ਚੇਹਨ ਨਾਹੀ ਮੁੱਖ ਨਾਮ ਮਸਾਰੇ ਦਾ ਭਾਵ ਇਹ ਨਹੀਂ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਜੇ ਤੁਸੀਂ ਦੇਹਾ ਸਰੂਪ 'ਚ ਦੇਖ ਲਿਆ ਹੈ
ਇਹੀ ਉਹਦਾ ਅੰਤਮ ਹੋ ਗਿਆ। ਗੁਰੂ ਸਾਹਿਬ ਜੀ ਕਹਿੰਦੇ ਮੁੱਖ ਨਾਮ ਮਸਾਰੇ। ਇਹਦੇ ਤੋਂ ਪਰਾਂ ਵੀ ਗੁਰੂ ਨਾਨਕ ਸਰੂਪ ਦੀ ਹਸਤੀ ਬੜੀ ਵੱਡੀ ਹੈ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮਸਰ, ਏਕ ਜਿਹੀ ਕਿਆ ਬਖਾਨੈ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਹੇ ਗੁਰੂ ਨਾਨਕ ਬ੍ਰਹਮ ਸਰੂਪ, ਅਸੀਂ ਤੁਹਾਡੇ ਦਰ 'ਤੇ ਭਗਤਾਂ ਦੇ ਦਰ ਸਮਾਨ ਤੁਲ ਗਏ ਹਾਂ। ਏਕ ਜਿਹੀ ਕਿਆ ਬਖਾਨੈ, ਇਹ ਇੱਕ ਜ਼ੁਬਾਨ ਤੁਹਾਡਾ ਕੀ ਬਖਿਆਨ ਕਰ ਸਕਦੀ ਹੈ। ਹਾਂ ਕਿ ਬਲ 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 ਸਦ ਬਲਹਾਰ, ਬਾਰ ਬਾਰ ਤੁਹਾਡੇ ਸਰੂਪ ਤੋਂ ਕੁਰਬਾਨ ਜਾਣ ਦਾ ਭਾਵ, ਵਾਰੀ ਵਾਰੀ ਸਦਕੇ ਜਾਣ ਦਾ ਸਾਡੇ ਮਨ ਦਾ ਖਿਆਲ ਹੈ। ਸਰਬ ਗੁਣ ਨਿਧਾਨੰ, ਕੀਮਤ ਨਾ ਗਿਆਨ ਧਿਆਨੰ, ਊਚੇ ਤੇ ਊਚੋ ਜਾਨੀਜੈ ਪ੍ਰਭ ਤੇਰੋ ਥਾਨੰ। ਹੁਣ ਅਗਲੇ ਸਵਈਏ ਦੇ ਵਿੱਚ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਸਰਬ ਗੁਣ ਨਿਧਾਨੰ, ਕਿ ਜਿੰਨੇ ਮਨੁੱਖੀ ਗੁਣਾਂ ਦੀ, ਰੱਬੀ ਗੁਣਾਂ ਦੀ ਕਲਪਨਾ ਅਸੀਂ ਅਕਾਲ ਪੁਰਖ ਰੂਪ ਦੇ ਵਿੱਚ ਕਰਦੇ ਹਾਂ, ਉਹ ਸਾਰੇ ਗੁਣਾਂ ਦੀ ਕਲਪਨਾ ਗੁਰੂ ਨਾਨਕ ਸਰੂਪ ਦੇ ਵਿੱਚ ਰਮੀ ਹੋਈ ਪਈ ਹੈ। ਹੁਣ ਜਦੋਂ ਅਸੀਂ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਨਾ, ਉਹਨਾਂ ਦੀਆਂ ਵਾਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਬਾਰੇ ਜ਼ਿਕਰ ਹੈ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਇਸ ਪ੍ਰਮਾਣ ਦੀ ਵਿਆਖਿਆ ਇਹ ਬਣਦੀ ਹੈ, ਸਰਬ ਗੁਣ ਨਿਧਾਨੰ ਦਾ ਭਾਵ ਇਹ ਹੈ ਕਿ ਜਦੋਂ ਗੁਰੂ ਨਾਨਕ ਸਰੂਪ ਸਾਹਿਬ ਜੀ ਨੇ ਸਾਰੀ ਸ੍ਰਿਸ਼ਟੀ ਦਾ ਧਿਆਨ ਧਰਿਆ ਅਤੇ ਦੇਖਿਆ ਕਿ ਸ੍ਰਿਸ਼ਟੀ ਦਾ ਕੋਈ ਬੰਦਾ ਪਦਾਰਥ ਦੀ ਥੁੜ ਵਿੱਚ ਚੱਲ ਰਿਹਾ ਹੈ, ਕੋਈ ਗਿਆਨ ਦੀ ਸਾਧਨਾ ਕਰਕੇ ਗਿਆਨ ਦੀ ਖੜੋਤ ਵਿੱਚ ਚੱਲ ਰਿਹਾ ਹੈ, ਕੋਈ ਭਗਤੀ ਕਰਕੇ ਕਿਸੇ ਤਰ੍ਹਾਂ ਦੀ ਕਾਮਨਾ ਵਿੱਚ ਫਸਿਆ ਹੋਇਆ ਹੈ, ਕੋਈ ਮਜ਼ਹਬ ਦੇ ਕੱਟੜ ਝਗੜਿਆਂ ਦੇ ਵਿੱਚ ਪਿਆ ਹੋਇਆ ਹੈ, ਕੋਈ ਕਈ ਤਰ੍ਹਾਂ ਦੀ ਜਿਹੜੀ ਸੰਸਾਰ ਦੀ ਵਿਕਾਰੀ ਵਾਸਨਾ ਉਹਦੇ ਵਿੱਚ ਖਪਤ ਹੋ ਰਿਹਾ ਹੈ। ਕਈ ਭੂਮੀਆਂ ਦੇ ਮਾਲਕ ਜਿਹੜੇ ਹਨ ਉਹ ਤ੍ਰਿਸ਼ਨਾ ਅਹੰਕਾਰ ਆਦਿਕ ਦੇ ਵਿੱਚ ਫਸੇ ਹਨ। ਪਰ ਜਦੋਂ ਇਹ ਸਾਰੀ ਸ੍ਰਿਸ਼ਟੀ ਦਾ ਦੁੱਖ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦੇਖ ਲਿਆ ਆਪਣੇ ਅੰਤਰ ਧਿਆਨ ਸਰੂਪ ਦੇ ਨਾਲ, ਪਰ ਹੁਣ ਇਹਨਾਂ ਦੁੱਖਾਂ ਦਾ ਨਿਵਾਰਨ ਕਰਨ ਦੇ ਲਈ ਸਮਰੱਥਾ ਵੀ ਕੋਲ ਹੋਣੀ ਚਾਹੀਦੀ ਹੈ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸਰਬ ਗੁਣ ਨਿਧਾਨੰ, ਜਿੰਨੀ ਵੀ ਸ੍ਰਿਸ਼ਟੀ ਸੀ ਉਹਨਾਂ ਦੇ ਕੋਲੋਂ ਗੁਣ ਤਾਂ ਸੀ, ਪਰ ਸਾਰੇ ਗੁਣਾਂ ਦਾ ਭੰਡਾਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸਨ। ਕੀਮਤ ਨਾ ਗਿਆਨੰ ਧਿਆਨੰ, ਅਤੇ ਉਹਨਾਂ ਦੀ ਕੀਮਤ ਗਿਆਨ ਧਿਆਨ ਦੇ ਨਾਲ ਨਹੀਂ ਜਾਣੀ ਜਾ ਸਕਦੀ। ਊਚੇ ਤੇ ਊਚੋ ਜਾ ਨੀਜੈ, ਜੇ ਉੱਚੇ ਰੂਪ ਤੱਕ ਕਲਪਨਾ ਕਰਦੇ ਹਾਂ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਅਨੰਤ ਕਲਾ ਰੂਪ ਹਨ, ਤਾਂ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਤੋਂ ਵੀ ਪਰੇ ਉਹਨਾਂ ਦਾ ਥਾਨ ਹੈ। ਮਨ ਤਨ ਤੇਰੋ ਪ੍ਰਾਨੰ, ਅਤੇ ਸਾਰਿਆਂ ਦੇ ਅੰਦਰ ਜਿਹੜੀ ਮਨ ਕਰਕੇ ਤਨ ਕਰਕੇ ਸਮਰੱਥਾ ਹੈ, ਉਸ ਮਾਲਕ ਦੇ ਪ੍ਰਾਣ ਆਧਾਰ ਕਰਕੇ ਚੱਲਦੀ ਹੈ। ਅਤੇ ਆਖਦੇ ਹਨ ਇੱਕ ਹੈ ਸੂਤ ਹੈ ਜਹਾਨੰ, ਅਤੇ ਸਾਰੇ ਜਗਤ ਨੂੰ ਇੱਕੋ ਸੂਤਰ ਦੇ ਵਿੱਚ ਮਾਲਕ ਨੇ ਬੰਨਿਆ ਹੈ। ਕਵਨ ਉਪਮਾ ਦਿਓ ਬੜੇ ਤੇ ਵਡਾਨੰ, ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਕਿਹੜੀ ਉਪਮਾ ਕਹਾਂ, ਜੋ ਵੀ ਗੁਣ ਕਹਾਂ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਇੰਨੇ ਸਵਈਆਂ ਰਚਣ ਦਾ ਭਾਵ ਇਹ ਹੈ ਕਿ ਗੁਰੂ ਨਾਨਕ ਸਰੂਪ ਦੀ ਸਿਫਤ ਕਿਸੇ ਪ੍ਰਕਾਰ ਵੀ ਨਹੀਂ ਕਹੀ ਜਾ ਸਕਦੀ। ਪਹਿਲਾਂ ਉਹਨੂੰ ਕੱਥਦੇ ਹਨ, ਕੱਥਦਿਆਂ ਹੋਇਆਂ ਬੜੇ ਬਰੀਕ ਨੁਕਤੇ ਬਿਆਨ ਕਰਦੇ ਹਨ, ਪਰ ਫਿਰ ਆਖਦੇ ਹਨ ਵੱਡੇ ਤੇ ਵਡਾਨੰ। ਅੱਗੇ ਜ਼ਿਕਰ ਕਰਦੇ ਹਨ ਜਾਣੈ ਕੌਣ ਤੇਰੋ ਭੇਓ, ਅਲਖ ਅਪਾਰ ਦਿਓ, ਮਾਲਕ ਤੇਰਾ ਕੋਈ ਭੇਵ ਨਹੀਂ ਜਾਣ ਸਕਦਾ। ਭੇਵ ਜਾਣਨ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ, ਕਿਸੇ ਨੇ ਗਿਆਨੀ ਰੂਪ ਕਰਕੇ ਸਮਝਿਆ, ਕਿਸੇ ਨੂੰ ਕਰੁਣਾ ਅਵਤਾਰ ਰੂਪ ਕਰਕੇ ਸਮਝਿਆ, ਕਿਸੇ ਨੇ ਬਾਣੀ ਪ੍ਰਕਾਸ਼ਕ ਕਰਕੇ ਸਮਝਿਆ, ਪਰ ਗੁਰੂ ਸਾਹਿਬ ਜੀ ਕਹਿੰਦੇ ਇਹਦੇ ਤੋਂ ਵੀ ਪਰਾ ਮਾਲਕ ਤੇਰਾ ਭੇਦ ਹੈ। ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ, ਕੇ ਕਲਾ ਦੇ ਸਹਿਤ ਹੋ ਕੇ ਅਤੇ ਕਲਾ ਤੋਂ ਬਾਹਰ ਵੀ ਹੁੰਨਾ, ਇਹ ਪ੍ਰਭੂ ਤੇਰਾ ਧਾਨੰ ਹੈ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮਸਰ, ਏਕ ਜਿਹੀ ਕਿਆ ਬਖਾਨੈ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਹੇ ਸਤਿਗੁਰੂ ਗੁਰੂ ਨਾਨਕ ਬ੍ਰਹਮ ਸਰੂਪ, ਤੁਹਾਡੇ ਦਰ 'ਤੇ ਅਸੀਂ ਭਗਤ ਦੇ ਸਮਾਨ ਤੁਲ ਗਏ ਹਾਂ। ਏਕ ਜਿਹੀ ਕਿਆ ਬਖਾਨੈ, ਇਹ ਇੱਕ ਜੀ ਤੁਹਾਡੀ ਸਿਫਤ ਦਾ ਕੀ ਬਿਆਨ ਕਰ ਸਕਦੀ ਹੈ। ਹਾਂ ਕਿ ਬਲ 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 ਸਦ ਬਲਹਾਰ, ਵਾਰ ਵਾਰ ਤੁਹਾਡੇ ਸਰੂਪ ਤੋਂ ਬਲਹਾਰ ਸਦ ਕੇ ਕੁਰਬਾਨ ਜਾਂਦੇ ਹਾਂ। ਇਸ ਪ੍ਰਕਾਰ ਗੁਰੂ ਸਾਹਿਬ ਜੀ ਚਾਰ ਸਵਈਆਂ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਨਾਨਕ ਅਕਾਲ ਸਰੂਪ ਦੀ ਉਸਤਤ ਬਿਆਨ ਕਰਦੇ ਹਨ। ਬਾਕੀ ਇਹਦਾ ਬਾਣੀ ਦਾ ਭਾਵ ਵਿਚਾਰ ਵਾਲਾ ਨਹੀਂ ਹੋ ਸਕੇਗਾ।
ਸਾਨੂੰ ਇਹ ਅਗੰਮੀ ਲਖਤਾ ਦਾ ਭੇਦ ਜਾਣਨਾ ਪਏਗਾ। ਹੁਣ ਆਪ ਜੀ ਨੂੰ ਸ਼ਰਵਣ ਕਰਨ ਤੋਂ ਬਾਅਦ ਇਹ ਨਿਸ਼ਚਾ ਹੋਇਆ ਹੋਣਾ, ਬਾਤ ਤਾਂ ਕੋਈ ਸਮਝ ਦੇ ਵਿੱਚ ਪਈ ਨਹੀਂ। ਇਹ ਸਿਫਤ ਹੈ, ਅਤੇ ਸਿਫਤ ਹਮੇਸ਼ਾ ਕਥਨ ਵਿੱਚ ਹੁੰਦੀ ਹੈ, ਵਿਚਾਰ ਵਿੱਚ ਨਹੀਂ ਹੁੰਦੀ। ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਅਸੀਂ ਕਿਸੇ ਚੀਜ਼ ਬਾਰੇ ਕੋਈ ਸੁੰਦਰ ਸ਼ਬਦ ਵਰਤੀਏ ਤਾਂ ਉਹ ਥੋੜ੍ਹਾ ਜਿਵੇਂ ਕੁਦਰਤੀ ਹੈ। ਜਿਵੇਂ ਕੋਈ ਚੀਜ਼ ਬੜੀ ਅਮੋਲਕ ਹੋਵੇ ਅਤੇ ਉਹਨੂੰ ਅਸੀਂ ਕਹਿ ਦਈਏ ਹੀਰੇ ਵਰਗੀ ਹੈ, ਪਰ ਹੀਰਾ ਕਹਿਣ ਦੇ ਨਾਲ ਉਹਦਾ ਮੁੱਲ ਨਹੀਂ ਪੈ ਜਾਂਦਾ, ਉਸ ਤੋਂ ਵੀ ਪਰੇ ਕੀਮਤੀ ਹੁੰਦੀ ਹੈ। ਇਸ ਕਰਕੇ ਅਸੀਂ ਅਜੇ ਤੱਕ ਗੁਰੂ ਨਾਨਕ ਸਾਹਿਬ ਜੀ ਨੂੰ ਬਾਣੀ ਦੇ ਵਿੱਚੋਂ ਨਹੀਂ ਦੇਖਿਆ, ਇਤਿਹਾਸ ਵਿੱਚੋਂ ਦੇਖ ਰਹੇ ਹਾਂ। ਤਾਂ ਕਰਕੇ ਜਿਤਨੀ ਕੁ ਬਾਣੀ ਦੀ ਆਪ ਜੀ ਨੇ ਵਿਆਖਿਆ ਸਰਵਣ ਕੀਤੀ, ਨਹੀਂ ਸਮਝ ਪਈ ਹੋਏਗੀ, ਨਾ ਹੀ ਚਿੱਤ ਜੁੜਿਆ ਹੋਏਗਾ, ਕਿਉਂਕਿ ਅਸੀਂ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਮੈਨ ਸਮਝਿਆ ਹੋਇਆ ਹੈ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਇਕੱਲੇ ਮਨੁੱਖ ਨਹੀਂ, ਉਹ ਤਾਂ ਮਨੁੱਖ ਵੀ ਉਹ ਹਨ ਜਿਹੜੇ ਅਕਾਲ ਪੁਰਖ ਦੀ ਸੰਪੂਰਨਤਾ ਲੈ ਕੇ ਪ੍ਰਗਟੇ ਹਨ। ਗੁਰੂ ਨਾਨਕ ਸਾਹਿਬ ਜੀ ਦੇ ਕੌਤਕਾਂ ਦਾ ਵਰਣਨ ਸੁਣਿਆ ਹੈ। ਛੋਟੀ ਉਮਰ ਦੇ ਵਿੱਚ ਪਾਂਧਿਆਂ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਉਪਦੇਸ਼ ਕਰਦੇ ਹਨ। ਅਤੇ ਅਸੀਂ ਕਦੋਂ ਉਪਦੇਸ਼ ਕਰਦੇ ਹਾਂ? ਜਦੋਂ ਅਸੀਂ ਕਰਨਾ ਵੀ ਹੋਵੇ ਤਾਂ, ਜਦੋਂ ਅਸੀਂ ਕਿਤੇ ਡਾਕਟਰੇਟ ਕਰ ਲਈਏ ਤਾਂ ਫਿਰ ਜਾ ਕੇ ਕਿਸੇ ਦੂਜੇ ਨੂੰ 2 ਸ਼ਬਦਾਂ ਦੁਆਰਾ ਸਮਝਾ ਸਕਦੇ ਹਾਂ। ਗੁਰੂ ਨਾਨਕ ਸਰੂਪ ਨੇ ਸਾਰੀ ਕਾਇਨਾਤ ਨੂੰ ਆਪਣੀ ਸੇਵਾ ਦੇ ਵਿੱਚ ਲਾਉਣਾ ਸੀ, ਅਤੇ ਪਹਿਲਾਂ ਸਾਰੀ ਕਾਇਨਾਤ ਨੂੰ ਨਿਰਦੇਸ਼ਨ ਨਹੀਂ ਦਿੱਤਾ। ਉਹਨਾਂ ਦੇ ਪੈਦਾ ਹੁੰਦਿਆਂ ਸਾਰੀ ਕਾਇਨਾਤ ਉਹਨਾਂ ਦੀ ਸੇਵਾ ਦੇ ਵਿੱਚ ਲੱਗ ਗਈ ਸੀ। ਉਹ ਕਿੰਨੇ ਤਰ੍ਹਾਂ ਦੇ ਕੌਤਕਾਂ ਉਹਨਾਂ ਦੇ ਜੀਵਨ ਦੇ ਜਿਹੜੇ ਸਾਡੇ ਸਾਹਮਣੇ ਆਉਂਦੇ ਹਨ। ਇਸ ਕਰਕੇ ਇਹਨਾਂ ਸਵਈਆਂ ਦੀ ਸਰਲ ਭਾਵ ਇਹੀ ਹੈ ਕਿ ਇਹਨਾਂ ਸਵਈਆਂ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਅਕਾਲ ਸਰੂਪ ਮੰਨ ਕੇ ਉਹਨਾਂ ਦੀ ਉਸਤਤ ਕਰ ਰਹੇ ਹਨ, ਅਤੇ ਬਾਕੀ 5 ਸਵਈਆਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਹੋਰ ਉਸਤਤ ਕੀਤੀ ਹੈ। ਇਹਦਾ ਬਾਕੀ ਲੜੀਵਾਰ ਵਰਣਨ ਆਪ ਜੀ ਇਸੇ ਪ੍ਰਕਾਰ ਸ਼ਰਵਣ ਕਰੋਗੇ ਜੀ। ਸਵਈਏ ਸ੍ਰੀ ਮੁਖ ਵਾਕ ਮਹੱਲਾ 5ਵਾਂ ਦੀ ਬਾਣੀ ਦੀ ਆਪ ਜੀ ਦੇ ਸਨਮੁਖ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਦੀ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।